ਸ੍ਰੀ ਵਾਹਿਗੁਰੂ ਜੀ। ਗੁਰੂ ਨਾਨਕ ਪਾਦ ਪੰਕਜ ਪੰਕਜ ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ। ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰਿ ਨਮੋ। ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ। ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਕਰੋ ਤਰਾ ਪਰ ਪੁੰਨ ਪੁੰਨ ਸੀਸ ਵਾਹਿਗੁਰੂ ਪੁੰਨ ਪੁੰਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਬਾਲਾ ਸੰਧੂ ਵਾਚ ਚੌਪਈ। ਰਾਖਸ਼ ਕੋ ਇਵ ਕੀਨੇ ਉਦਾਰਾ। ਆਗੇ ਗਵਨੇ ਮੁਕਤੇ ਉਦਾਰਾ। ਜੈ ਕਾਨਨ ਦਾਰੁਨ ਹੈ ਸਗਰਾ। ਨਿਕਟ ਨ ਜਾਕੇ ਕੈਠਾ ਨਗਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਤੇ ਸਤਿਕਾਰਯੋਗ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਦੀਨ ਦੁਨੀਆਂ ਦੇ ਮਾਲਕ, ਸਰਬ ਸਾਂਝੀ ਵਾਲਤਾ ਦੇ ਸਾਂਝੇ ਰਹਿਬਰ, ਕਲਯੁਗੀ ਜੀਵਾਂ ਦੇ ਉਧਾਰ ਕਰਤਾ, ਮਿਹਰਬਾਨ ਜਗਤ ਸਾਈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਪਰਸ ਰਹੇ ਹੋ। ਨੌਵੇਂ ਪਾਤਸ਼ਾਹ ਵੈਰਾਗ ਤਿਆਗ ਤੇ ਅਨੁਰਾਗ ਦੀ ਮੂਰਤ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਸਤਿਗੁਰੂ ਜੀ ਦਾ ਪਾਵਨ ਇਤਿਹਾਸ, ਸਤਿਗੁਰਾਂ ਦੀ ਜਨਮ ਸਾਖੀ,
ਸਾਨੂੰ ਸਾਰਿਆਂ ਨੂੰ ਪੜ੍ਹਨ ਸੁਣਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਭਾਗਾਂ ਤੋਂ ਬਿਨਾਂ ਸਤਿਗੁਰਾਂ ਦੀ ਕਥਾ ਨਾ ਕਰ ਹੁੰਦੀ ਹੈ, ਨਾ ਸੁਣ ਹੁੰਦੀ ਹੈ। ਕੋਈ ਪੂਰਬਲੇ ਜਨਮਾਂ ਦੇ ਕੀਤੇ ਚੰਗੇ ਕਰਮ ਜਦੋਂ ਜਾਗਦੇ ਨੇ ਤੇ ਉਹਦਾ ਫਲ ਇਸ ਰੂਪ 'ਚ ਸਾਨੂੰ ਪ੍ਰਾਪਤ ਹੁੰਦਾ ਹੈ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਕੌਡੇ ਦਾ ਉਧਾਰ ਕੀਤਾ। ਜਬਲਪੁਰ ਵਿੱਚ ਅੱਜ ਵੀ ਉੱਥੇ ਪਾਵਨ ਸਥਾਨ ਹੈ ਸਤਿਗੁਰਾਂ ਦਾ, ਜਿੱਥੇ ਕੌਡੇ ਰਾਖਸ਼ ਦਾ ਸਤਿਗੁਰਾਂ ਨੇ ਨਿਸਤਾਰਾ ਕੀਤਾ। ਕੌਡੇ ਰਾਖਸ਼ ਦਾ ਉਧਾਰ ਕਰਕੇ ਸਤਿਗੁਰੂ ਜੀ ਚੱਲੇ ਨੇ, ਅਨੇਕਾਂ ਥਾਵਾਂ, ਅਨੇਕਾਂ ਨਗਰਾਂ, ਅਨੇਕਾਂ ਸ਼ਹਿਰਾਂ ਨੂੰ ਪਵਿੱਤਰ ਕਰਦੇ ਆ ਰਹੇ ਨੇ। ਗਿਣਤੀ ਮਿਣਤੀ ਨਹੀਂ ਹੈ ਕਿ ਕਿਤਨੇ ਕੁ ਜੀਵਾਂ ਨੂੰ ਤਾਰਦੇ ਆ ਰਹੇ ਨੇ, ਨਾ ਹੀ ਉਹ ਗਿਣੇ ਮਿਣੇ ਜਾ ਸਕਦੇ ਨੇ। ਜਿੰਨਿਆਂ ਕੁ ਨੂੰ ਸਤਿਗੁਰੂ ਜੀ ਨੇ ਪਾਰ ਉਤਾਰਿਆ ਹੈ। ਚਲਦਿਆਂ ਚਲਦਿਆਂ ਮੇਰੇ ਸਤਿਗੁਰੂ ਜੀ ਜਿਵੇਂ ਪੂਰਬ ਦਿਸ਼ਾ ਵਿੱਚ ਸ੍ਰੀ ਪਟਨਾ ਸਾਹਿਬ ਆ ਕੇ ਚਰਨ ਪਾ ਰਹੇ ਨੇ, ਉਹ ਕਥਾ ਅੱਜ ਦੇ ਪ੍ਰਸੰਗ ਵਿੱਚ ਮਹਾਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਬੜੀ ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਲਿਖ ਰਹੇ ਨੇ। ਉਚਾਰਨ ਭਾਈ ਸਾਹਿਬ ਭਾਈ ਬਾਲਾ ਜੀ ਕਰ ਰਹੇ ਨੇ। ਗੁਰੂ ਅੰਗਦ ਦੇਵ ਸਾਹਿਬ ਜੀ ਦਾ ਦਰਬਾਰ ਸਜਿਆ ਹੋਇਆ ਹੈ। ਬਾਬਾ ਬੁੱਢਾ ਸਾਹਿਬ ਜੀ, ਭਾਈ ਸਾਹਿਬ ਭਾਈ ਪਾਰੋ ਜੀ, ਭਾਈ ਜੀਵਾ ਜੀ, ਬੜੀਆਂ ਬੜੀਆਂ ਨਾਮ ਰੰਗੀਆਂ ਰੂਹਾਂ ਗੁਰੂ ਅੰਗਦ ਦੇਵ ਸਾਹਿਬ ਦੇ ਦਰਬਾਰ 'ਚ ਬੈਠੀਆਂ ਕਥਾ ਸੁਣ ਰਹੀਆਂ ਨੇ, ਔਰ ਬ੍ਰਹਮ ਗਿਆਨੀ ਭਾਈ ਬਾਲਾ ਜੀ ਕਥਾ ਸਰਵਣ ਕਰਾ ਰਹੇ ਨੇ। ਆਓ ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਏ। ਸੁਰਤ ਬਿਰਤ ਗੁਰੂ ਚਰਨਾਂ ਨਾਲ ਜੋੜਨ ਵਾਸਤੇ ਆਖੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਰਾਖਸ਼ ਕੋ ਇਵ ਕੀਨੇ ਉਦਾਰਾ। ਇਸ ਤਰ੍ਹਾਂ ਗਰੀਬ ਨਵਾਜ ਸਤਿਗੁਰੂ ਜੀ ਨੇ ਕੌਡੇ ਰਾਖਸ਼ ਦਾ ਉਧਾਰ ਕੀਤਾ ਹੈ। ਆਗੇ ਗਵਨੇ ਮੁਕਤੇ ਉਦਾਰਾ। ਮੁਕਤੀ ਦੇਣ ਵਿੱਚ ਉਦਾਰਤਾ ਰੱਖਣ ਵਾਲੇ ਸਤਿਗੁਰੂ ਜੀ ਕੌਡੇ ਰਾਖਸ਼ ਦਾ ਉਧਾਰ ਕਰਕੇ ਜਬਲਪੁਰ ਤੋਂ ਅੱਗੇ ਵਧੇ ਹਨ। ਜੈ ਕਾਨਨ ਦਾਰੁਨ ਹੈ ਸਗਰਾ। ਬੜਾ ਭਿਆਨਕ ਬੀਆਬਾਨ ਉਜਾੜ ਜੰਗਲ ਹੈ ਦੂਰ ਤੱਕ। ਨਿਕਟ ਨ ਜਾ ਕੇ ਕੈਠਾ ਨਗਰਾ। ਨੇੜੇ ਤੇੜੇ ਕੋਈ ਨਗਰ ਨਜ਼ਰ ਨਹੀਂ ਆਉਂਦਾ। ਦੂਰ ਤੱਕ ਸਤਿਗੁਰੂ ਜੀ ਬਨਾਂ ਵਿੱਚ ਜੰਗਲਾਂ ਵਿੱਚ ਲੰਘ ਕੇ ਜਾ ਰਹੇ ਨੇ। ਨੇੜੇ ਤੇੜੇ ਕੋਈ ਨਗਰ ਕੋਈ ਸ਼ਹਿਰ ਪਿੰਡ ਨਜ਼ਰ ਨਹੀਂ ਆਉਂਦਾ। ਮੰਦ ਮੰਦ ਤੇ ਕੀਨ ਪਿਆਨਾ। ਸਹਿਜ ਸਹਿਜ ਅਨੇਕਾਂ ਜੀਵਾਂ ਨੂੰ ਤਾਰਦਿਆਂ ਸਤਿਗੁਰੂ ਜੀ ਜਾ ਰਹੇ ਹਨ। ਤੈ ਛਿਨ ਕੈਨ ਲਗਾ ਮਰਦਾਨਾ। ਜਦੋਂ ਵਾਹਵਾ ਬੀਆਬਾਨ ਉਜਾੜ ਵਿੱਚ ਚਲਦੇ ਚਲਦੇ ਦੂਰ ਤੱਕ ਆ ਗਏ, ਭਾਈ ਸਾਹਿਬ ਭਾਈ ਮਰਦਾਨਾ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਬੇਨਤੀ ਕਰਦੇ ਕਹਿਣ ਲੱਗੇ, ਹੇ ਪ੍ਰਭ ਮੋਕੋ ਛੁਦਾ ਸੰਤਾਇਓ। ਕਹਿਣ ਲੱਗੇ, ਹੇ ਗਰੀਬ ਨਵਾਜ, ਹੇ ਪ੍ਰਭੂ ਜੀ, ਮੈਨੂੰ ਭੁੱਖ ਨੇ ਸਤਾਇਆ ਹੋਇਆ। ਕਈ ਦਿਨ ਹੋ ਗਏ ਨੇ ਆਪ ਜੀ ਦੇ ਨਾਲ ਪੈਦਲ ਤੁਰਿਆ। ਨੇੜੇ ਤੇੜੇ ਕੋਈ ਨਗਰ ਨਜ਼ਰ ਨਹੀਂ ਆਉਂਦਾ। ਮਹਾਰਾਜ ਜੀ ਮੈਨੂੰ ਬਹੁਤ ਡਾਢੀ ਭੁੱਖ ਲੱਗੀ ਹੋਈ ਹੈ। ਬੀਤੇ ਕਿਤਕ ਦਿਨ ਅਸਨ ਨ ਖਾਇਓ। ਕਈ ਦਿਨ ਬੀਤ ਗਏ ਨੇ ਸਤਿਗੁਰੂ ਜੀ, ਭੋਜਨ ਨਹੀਂ ਛਕਿਆ, ਪ੍ਰਸ਼ਾਦਾ ਛਕਣ ਨੂੰ ਪ੍ਰਾਪਤ ਨਹੀਂ ਹੋਇਆ। ਚੱਲ ਨ ਸਕੋ ਇੱਕ ਪੈਰ ਅਗਾਰੀ। ਮਹਾਰਾਜ ਦਮ ਨਿਕਲ ਰਹੇ ਨੇ, ਸਾਹ ਨਿਕਲ ਰਹੇ ਨੇ, ਭੁੱਖ ਨਾਲ ਸਰੀਰ 'ਚ ਜਾਨ ਨਹੀਂ ਰਹੀ। ਮੇਰੇ ਕੋਲੋਂ ਟੁਰ ਨਹੀਂ ਹੁੰਦਾ, ਹੁਣ ਚੱਲਿਆ ਨਹੀਂ ਜਾਂਦਾ, ਭੁੱਖ ਇੰਨੀ ਡਾਢੀ ਲੱਗੀ ਹੋਈ ਹੈ। ਨਿਕਟ ਨ ਪੁਰ ਪਹੁੰਚੋ ਦਿਸ਼ ਬਨ ਪਾਰੀ। ਮਹਾਰਾਜ ਜੀ ਜੰਗਲ ਹੀ ਜੰਗਲ 'ਚ ਲਈ ਜਾਂਦੇ ਹੋ, ਨੇੜੇ ਤੇੜੇ ਕੋਈ ਨਗਰ ਵੀ ਨਹੀਂ ਦਿਸਦਾ। ਜਾਂ ਹੋਵੇ ਕੋਈ ਨਗਰ ਦਿਸਦਾ ਹੋਵੇ ਤੇ ਮੈਨੂੰ ਹੌਸਲਾ ਹੋ ਜਾਏ। ਮਹਾਰਾਜ ਬਾਨੀ ਬਾਨ ਹੈ, ਜੰਗਲ ਹੀ ਜੰਗਲ ਹੈ ਦੂਰ ਦੁਰਾਡੇ ਤਾਈਂ। ਸੁਨ ਬੋਲੇ ਬੇਦੀ ਕੁਲ ਦੀਪਾ। ਬੇਦੀਆਂ ਦੀ ਕੁਲ ਦੇ ਦੀਪ ਸੁਣ ਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਧੀਰ ਤਰੋ ਹੈ ਨਗਰ ਸਮੀਪਾ। ਮਹਾਰਾਜ ਗਰੀਬ ਨਵਾਜ ਸਾਹਿਬ ਜੀ ਕਹਿਣ ਲੱਗੇ, ਹੌਸਲਾ ਕਰੋ ਮਰਦਾਨਾ ਜੀ, ਧੀਰਜ ਰੱਖੋ, ਹੁਣ ਨਗਰ ਬਹੁਤੀ ਦੂਰ ਨਹੀਂ ਹੈ।
ਨੇੜੇ ਹੀ ਆ ਨਗਰ ਆ ਰਿਹਾ ਹੈ। ਇਮ ਵਿਲਵਾਂਦੇ ਕਰਤ ਪਿਆਨਾ। ਇਹਦਾ ਵਿਲਾਵਦੇ ਦਾ ਮਤਲਬ ਹੁੰਦਾ ਵੀ ਬੜਾਵਾ ਜਿਹਾ ਨਹੀਂ ਜਿਵੇਂ ਕਰੀਦਾ, ਤੇ ਹੌਸਲਾ ਜਿਹਾ ਦੇ ਕੇ ਸਤਿਗੁਰੂ ਜੀ ਸਹਿਜੇ ਸਹਿਜੇ ਟੁਰੇ ਜਾਂਦੇ, ਨਾਲ ਭਾਈ ਮਰਦਾਨਾ ਜੀ ਨੂੰ ਲੈ ਕੇ ਜਾ ਰਹੇ ਨੇ। ਗਏ ਉਲੰਘ ਸਰਬੋ ਦਿਆਨਾ। ਜਿੰਨਾ ਉਹ ਜੰਗਲ ਸੀ ਸਾਰਾ ਜੰਗਲ ਲੰਘ ਗਏ। ਮਹਾਰਾਜ ਜੀ ਹੌਸਲਾ ਦੇਈ ਜਾਂਦੇ, ਕੋਈ ਨਹੀਂ ਮਰਦਾਨਿਆਂ, ਬਸ ਥੋੜਾ ਜਿਹਾ ਪੈਂਡਾ ਹੋਰ ਹੈ, ਅੱਗੇ ਨਗਰ ਆ ਰਿਹਾ। ਭਾਈ ਮਰਦਾਨਾ ਜੀ ਹੌਸਲਾ ਕਰਕੇ ਚੱਲ ਪੈਂਦੇ, ਥੋੜਾ ਜਿਹਾ ਟੁਰਦੇ, ਮਹਾਰਾਜ ਆਇਆ ਨਹੀਂ ਨਗਰ। ਮਹਾਰਾਜ ਜੀ ਫੇਰ ਹੌਸਲਾ ਦੇ ਦਿੰਦੇ, ਬਸ ਆ ਗਿਆ, ਨੇੜੇ ਹੀ ਆ ਨਗਰ, ਮਰਦਾਨਿਆਂ ਹੌਸਲਾ ਕਰ। ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੌਸਲਾ ਦੇ ਕੇ ਸਾਰਾ ਜੰਗਲ ਤੈਅ ਕਰਕੇ ਚੱਲ ਕੇ ਆ ਗਏ। ਤੀਨ ਕੋਸ ਤੇ ਨਗਰ ਸੁਹਾਵਾ। ਜਿੱਥੇ ਆਏ ਨੇ ਉੱਥੋਂ ਤਕਰੀਬਨ 3 ਕੋਹ ਦੀ ਵਾਟ ਦੇ ਉੱਤੇ ਨਗਰ ਸ਼ੋਭਨੀਕ ਹੈ। ਮਰਦਾਨੇ ਕੋ ਪ੍ਰਭੂ ਦਿਖਾਵਾ। ਸਤਿਗੁਰੂ ਜੀ ਨੇ ਦੂਰੋਂ ਵਿਖਾ ਦਿੱਤਾ ਮਰਦਾਨੇ ਨੂੰ। 3 ਕੋਹ ਦੀ ਵਾਟ ਤੇ ਦੂਰੋਂ ਨਗਰ ਦਿਸਦਾ ਸੀ, ਤੇ ਉੱਚੀਆਂ ਉੱਚੀਆਂ ਅਟਾਰੀਆਂ ਦਿਸਦੀਆਂ ਸੀ ਨਗਰ ਦੀਆਂ। ਉਹ ਸਤਿਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਵਿਖਾ ਦਿੱਤੀਆਂ। ਸੁੰਦਰਪੁਰ ਦੇਖੋ ਥਲੇ ਉੱਚੇ। ਮਹਾਰਾਜ ਜੀ ਕਹਿੰਦੇ, ਓ ਵੇਖ ਮਰਦਾਨਿਆਂ, ਪਿੰਡ ਦਿਸਿਆ ਨਾ, ਸ਼ਹਿਰ ਉੱਚੇ ਥਾਂ ਦੇ ਉੱਤੇ ਵਸਦਾ, ਕਿੱਡੇ ਕਿੱਡੇ ਸੋਹਣੇ ਮਕਾਨ ਬਣੇ ਨਜ਼ਰ ਆਉਂਦੇ ਹਨ। ਖਾਓ ਅਸਨ ਤੈ ਚਲੋ ਪਹੁੰਚੇ। ਬਸ ਆਪਾਂ ਉਸ ਪਿੰਡ 'ਚ ਜਾਣਾ, ਚੱਲ ਕੇ ਸ਼ਹਿਰ ਵਿੱਚ, ਉੱਥੇ ਚੱਲ ਕੇ ਮਨ ਭਾਉਂਦਾ ਭੋਜਨ ਛਕ ਲਵੀਂ, ਉੱਥੇ ਜਾ ਕੇ ਤੈਨੂੰ ਪ੍ਰਸ਼ਾਦਾ ਪਾਣੀ ਮਿਲ ਜਾਏਗਾ। ਸੁਨ ਬੋਲਿਓ ਹੇ ਪ੍ਰਭ ਗੁਣ ਖਾਨੀ। ਸੁਣ ਕੇ ਭਾਈ ਸਾਹਿਬ ਭਾਈ ਮਰਦਾਨਾ ਜੀ ਬੋਲੇ, ਕਹਿਣ ਲੱਗੇ, ਹੇ ਗੁਣਾ ਦੀ ਖਾਨ ਗਰੀਬ ਨਵਾਜ ਸਤਿਗੁਰੂ ਜੀ ਸੁਣੋ। ਮਮ ਸਰੀਰ ਪਾ ਬਲ ਤੇ ਹਾਨੀ। ਮਹਾਰਾਜ ਮੇਰਾ ਸਰੀਰ ਬਲ ਤੋਂ ਬਿਨਾਂ ਹੋ ਚੁੱਕਾ ਹੈ। ਭੁੱਖ ਇੰਨੀ ਹੈ ਵੀ ਸਰੀਰ 'ਚ ਤਾਣ ਨਹੀਂ ਰਿਹਾ, ਬਲ ਨਹੀਂ ਰਿਹਾ। ਮ੍ਰਿਤਿਉ ਹੋਏ ਪਰਿਓ ਰਹਿ ਕੈ ਥਾਨਾ। ਮੈਨੂੰ ਤਾਂ ਜਾਪਦਾ ਇਸੇ ਤਰ੍ਹਾਂ ਮੈਂ ਕਿਤੇ ਨਾ ਕਿਤੇ ਭੁੱਖ ਦੇ ਨਾਲ ਮਰ ਜਾਣਾ, ਕਿਤੇ ਤੇ ਮਰ ਕੇ ਕਿਤੇ ਡਿੱਗ ਪਵਾਂਗਾ ਮਹਾਰਾਜ ਜੀ, ਭੁੱਖ ਦੇ ਨਾਲ, ਜਿੰਨੀ ਭੁੱਖ ਸਤਾ ਰਹੀ ਹੈ। ਸਭ ਵਿਦ ਮੈਂ ਨਿਰਣੇ ਕਰ ਜਾਣਾ। ਮੈਂ ਤੁਹਾਡੇ ਨਾਲ ਰਹਿ ਕੇ ਇਸ ਗੱਲ ਦਾ ਨਿਰਣਾ ਜ਼ਰੂਰ ਕਰ ਲਿਆ ਵੀ ਜਦੋਂ ਵੀ ਕਿਤੇ ਮਰਿਆ ਤੇ ਭੁੱਖ ਨਾਲ ਹੀ ਮਰਾਂਗਾ। ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਤੁਹਾਡੇ ਨਾਲ ਰਹਿ ਕੇ ਮੈਨੂੰ ਇਸ ਗੱਲ ਦਾ ਅੰਦਾਜ਼ਾ ਜ਼ਰੂਰ ਹੋ ਗਿਆ, ਤੇ ਮੈਂ ਨਿਰਣਾ ਵੀ ਕਰ ਲਿਆ ਵੀ ਜਿਸ ਦਿਨ ਮਰਿਆ ਤੇ ਭੁੱਖ ਨਾਲ ਹੀ ਮਰਾਂਗਾ, ਕਿਸੇ ਜੰਗਲ 'ਚ ਹੀ ਪਿਆ ਰਹਿ ਜਾਵਾਂਗਾ। ਤੁਸੀਂ ਵੀ ਕਹਿਣਾ ਚੰਗਾ ਹੋਇਆ ਮਰਿਆ ਤੇ ਖਹਿੜਾ ਛਡਾ ਕੇ ਮੇਰੇ ਕੋਲੋਂ ਅੱਗੇ ਲੰਘ ਜਾਓਗੇ। ਮਹਾਰਾਜ ਜੀ ਇਹੋ ਜੀ ਡਾਢੀ ਭੁੱਖ ਲੱਗੀ ਹੋਈ ਹੈ। ਕੀਨ ਖੁਦਾਏ ਅਬੇ ਮ੍ਰਿਤ ਮੋਰੀ। ਤੇ ਜਿਹੜੀ ਭੁੱਖ ਹੁਣ ਮੈਨੂੰ ਲੱਗੀ ਆ ਨਾ, ਉਹ ਮੈਨੂੰ ਇਉਂ ਜਾਪਦਾ ਵੀ ਖੁਦਾ ਨੇ ਮੇਰੀ ਮੌਤ ਲਿਖ ਦਿੱਤੀ ਹੈ 3 ਕੋਹ ਪਹਿਲਾਂ ਹੀ ਪਿੰਡ ਤੋਂ। ਤੁਸੀਂ ਕਹਿੰਦੇ ਹੋ 3 ਕੋਹ ਦੀ ਵਾਟ ਤੇ ਨਗਰ ਹੈ, ਮੈਨੂੰ ਤਾਂ ਇਦਾਂ ਜਾਪਦਾ ਵੀ ਖੁਦਾ ਨੇ ਜਿਹੜੀ ਜਗ੍ਹਾ ਮੇਰੀ ਮੌਤ ਦੀ ਨਿਸ਼ਚਿਤ ਕੀਤੀ ਹੈ ਨਾ, ਉਹ ਇਹੀ ਹੈ ਜਾਪਦਾ ਹੁਣ ਇੱਥੇ ਹੀ ਮੇਰੀ ਮੌਤ ਹੋਣੀ ਹੈ। ਜਗ ਜੀਵਨ ਤੇ ਟੂਟੀ ਡੋਰੀ। ਮਹਾਰਾਜ ਮੇਰੀ ਜੀਵਨ ਦੀ ਆਸ ਟੁੱਟ ਗਈ ਹੈ। ਮੈਨੂੰ ਨਹੀਂ ਜਾਪਦਾ ਵੀ ਮੈਂ ਕੁਝ ਸਵਾਸ ਹੋਰ ਲਵਾਂਗਾ। ਹੁਣ ਮੇਰੀ ਜੀਵਨ ਦੀ ਆਸ ਮਹਾਰਾਜ ਜੀ ਹੁਣ ਜਾਂਦੀ ਰਹੀ ਹੈ। ਆਇਓ ਨਗਰ ਤਹਾਂ ਕਿਆ ਹੋਏ। ਮਹਾਰਾਜ ਨਗਰ ਆ ਵੀ ਗਿਆ, ਮਰਨ ਤੋਂ ਬਾਅਦ ਫਿਰ ਮੇਰੇ ਕਿਹੜੇ ਕੰਮ ਦਾ? ਜੇ ਮੈਂ ਮਾਰੀ ਗਿਆ ਇੱਥੇ ਮਹਾਰਾਜ, ਨਗਰ ਫਿਰ ਆ ਵੀ ਗਿਆ, ਤੇ ਮੇਰੀ ਮੌਤ ਤੋਂ ਬਾਅਦ ਫਿਰ ਇਹ ਨਗਰ ਕਿਹੜੇ ਕੰਮ ਦਾ? ਜਿਵੇਂ ਉਹ ਕਹਿੰਦੇ ਹੁੰਦੇ ਆ ਨਾ ਵੀ ਈਦ ਦੇ ਪਿੱਛੋਂ ਮਹਾਰਾਜ ਦੂੰਬਾ ਕਿਹੜੇ ਕੰਮ ਦਾ? ਮਹਾਰਾਜ ਜੇ ਨਗਰ ਆ ਵੀ ਗਿਆ ਤੇ ਫਿਰ ਮੇਰੇ ਕਿਹੜੇ ਕੰਮ ਦਾ ਹੋਣਾ ਜੇ ਮੇਰੇ ਪ੍ਰਾਣ ਹੀ ਨਿਕਲ ਗਏ। ਚੀਰ ਗੰਟ ਹਮ ਦਾਮ ਨ ਕੋਏ। ਦੂਜਾ ਮਹਾਰਾਜ ਜੀ ਨਗਰ ਆ ਗਿਆ, ਉੱਥੇ ਕਿਹੜਾ ਕੋਈ ਮੇਰਾ ਸੰਬੰਧੀ ਬੈਠਾ ਜਿਹਨੇ ਮੈਨੂੰ ਜਾਂਦੇ ਨੂੰ ਪ੍ਰਸ਼ਾਦਾ ਛਕਾ ਦੇਣਾ? ਮਹਾਰਾਜ ਕਿਹੜਾ ਕੋਈ ਰਿਸ਼ਤੇਦਾਰ ਹੋਣਾ ਇੱਥੇ? ਪ੍ਰਸ਼ਾਦਾ ਤਾਂ ਮਿਲੇਗਾ ਜੇ ਜੇਬ 'ਚ ਖੀਸੇ 'ਚ ਕੁਝ ਪੈਸੇ ਹੁੰਦੇ, ਉਹ ਵੀ ਕੋਈ ਨਹੀਂ ਕੋਲ। ਮਹਾਰਾਜ ਧੇਲਾ ਤਾਂ ਹੈ ਨਹੀਂ ਕੋਲ। ਇਹ ਜਿਹੜਾ ਨਗਰ ਆ ਗਿਆ ਇੱਥੇ ਫਿਰ ਪੈਸਿਆਂ ਬਿਨਾਂ ਪ੍ਰਸ਼ਾਦਾ ਕਿਵੇਂ ਮਿਲੇਗਾ? ਇਹ ਵੀ ਸਤਿਗੁਰੂ ਜੀ ਦੀ ਆਪਣੀ ਪ੍ਰੇਰਣਾ ਹੈ। ਭਾਈ ਮਰਦਾਨੇ ਨੂੰ ਮਹਾਰਾਜ ਜੀ ਨੇ ਪ੍ਰੇਰਿਆ ਵੀ ਆਪ ਹੀ ਕਹੇ ਵੀ ਪੈਸੇ ਦੀ ਗੱਲ ਕਰੇ, ਕਿਉਂਕਿ ਗੁਰਦੇਵ ਨੇ ਆਪਣੀ ਕਲਾ ਵਰਤਾਣੀ ਸੀ। ਕਹਿਣ ਲੱਗੇ ਮਹਾਰਾਜ ਜੀ ਇਸ ਨਗਰ ਵਿੱਚ ਜੇ ਟੁਰ ਵੀ ਗਏ ਤੇ
ਪੈਸੇ ਬਿਨਾ ਮਹਾਰਾਜ ਜੀ ਭੋਜਨ ਕਿਵੇਂ ਪ੍ਰਾਪਤ ਹੋਵੇਗਾ? ਬਿਨਾ ਲੀਏ ਕੋ ਦੇਵੇ ਨਾਈ। ਜਦੋਂ ਤੱਕ ਕਿਸੇ ਨੂੰ ਪੈਸੇ ਨਾ ਦੇਾਂਗੇ ਤੇ ਭੋਜਨ ਕਿਵੇਂ ਪ੍ਰਾਪਤ ਹੋਵੇਗਾ? ਕੈਸੇ ਖਾਓ ਅਸਨਪੁਰ ਮਾਈ। ਜੇ ਨਗਰ ਆ ਵੀ ਗਿਆ ਤੇ ਮਹਾਰਾਜ ਇੱਥੇ ਭੋਜਨ ਕਿਵੇਂ ਖਾਵਾਂਗਾ, ਮੈਂ ਕਿਵੇਂ ਛਕਾਂਗਾ? ਸ਼੍ਰੀ ਗੁਰ ਸੁਨੇ ਵਾਕ ਅਸ ਜਬਈ। ਜਦੋਂ ਭਾਈ ਮਰਦਾਨੇ ਨੇ ਏਦਾਂ ਖਿਜਿਆ ਹੋਇਆ ਸੀ, ਭਾਈ ਮਰਦਾਨਾ, ਇਹ ਵਾਕ ਸਤਿਗੁਰੂ ਜੀ ਨੇ ਸੁਣੇ। ਪਗ ਸੋਂ ਰੇਤ ਫਰੋਰੀ ਤਬਈ। ਮਹਾਰਾਜ ਜੀ ਨੇ ਆਪਣੇ ਚਰਨਾਂ ਦੇ ਅੰਗੂਠੇ ਨਾਲ ਨਾ ਏਦਾਂ ਜ਼ਮੀਨ ਖੋਤਰੀ। ਰੇਤਲੀ ਜੀ ਜਗ੍ਹਾ ਸੀ, ਗੁਰਦੇਵ ਨੇ ਆਪਣੇ ਚਰਨਾਂ ਦੇ ਸੋਹਣੇ ਜਿਹੇ ਅੰਗੂਠੇ ਨਾਲ, ਆਹ ਐਸਾ ਸੁੰਦਰ ਅੰਗੂਠਾ ਹੈ, ਜਿਸ ਸਿੱਖ ਦੇ ਮਸਤਕ ਨੂੰ ਲੱਗ ਜਾਂਦਾ ਹੈ ਉਹਦੇ ਕਪਾਟ ਖੁੱਲ ਜਾਂਦੇ ਹਨ। ਮਹਾਰਾਜ ਜੀ ਨੇ ਆਪਣੇ ਐਸੇ ਸੋਹਣੇ ਅੰਗੂਠੇ ਨਾਲ ਉਹ ਜ਼ਮੀਨ ਨੂੰ ਮਹਾਰਾਜ ਜੀ ਨੇ ਖੋਤਰਿਆ। ਰੇਤਲੀ ਜ਼ਮੀਨ ਹੈ। ਨਿਕਸਾ ਤੈਂ ਤੇ ਅਦਭੁਤ ਲਾਲ। ਜਦੋਂ ਅੰਗੂਠੇ ਨਾਲ ਖੋਤਰਿਆ ਤੇ ਥੱਲਿਓਂ ਬੜਾ ਇੱਕ ਅਦਭੁਤ ਲਾਲ ਨਿਕਲਿਆ, ਬੜਾ ਕੀਮਤੀ, ਵਿੱਚੋਂ ਜ਼ਮੀਨ ਚੋਂ ਬੜਾ ਕੀਮਤੀ ਲਾਲ ਨਿਕਲਿਆ। ਜਾਂ ਕੀ ਸੋਭਾ ਦਿਪਤ ਵਿਸਾਲ। ਲਾਲ ਇੰਨਾ ਸੋਹਣਾ ਸੀ ਵੀ ਉਹਦੀ ਕ੍ਰਾਂਤੀ ਬੜੀ, ਉਹਦਾ ਪ੍ਰਕਾਸ਼ ਬੜਾ ਅਦਭੁਤ ਹੈ। ਬੰਧਨ ਗੰਟ ਚਉ ਮਰਦਾਨਾ। ਮਹਾਰਾਜ ਜੀ ਕਹਿੰਦੇ, ਮਰਦਾਨਿਆ, ਜੇ ਤੂੰ ਕੋਈ ਲਾਲ ਆਪਣੀ ਗੰਢ 'ਚ ਬੰਨਣਾ ਚਾਹੁੰਦਾ ਲੈ ਬੰਦੋ ਨਿਜ ਚੀਰ ਸੰਗਾਨਾ। ਤੇ ਆਹ ਲਾਲ ਲੈ ਲੈ ਤੇ ਆਪਣੀ ਗੰਢ ਦੇ ਨਾਲ, ਪੱਲੇ ਦੇ ਨਾਲ ਬੰਨ ਲੈ। ਧਰੋ ਧੀਰ ਉਰ ਕਰੋ ਪਿਆਨਾ। ਤੇ ਧੀਰਜ ਧਰ ਕੇ ਸਾਡੇ ਨਾਲ ਚੱਲ ਗਏ। ਥੋਰ ਪੰਥ ਟਿਗ ਹੈ ਪੁਰ ਥਾਨਾ। ਤੇ ਆ ਥੋੜਾ ਜਿਹਾ ਹੀ ਪੈਂਡਾ ਨੇੜੇ ਹੀ ਆ ਨਗਰ, ਹੁਣ ਕੋਈ ਬਹੁਤਾ ਦੂਰ ਨਹੀਂ। ਦੋਹਰਾ ਏ ਪਾਹਨ ਕਿਆ ਕਾਜੇ ਕਛੂ ਨ ਦੇਵੈ ਕੋਏ। ਮਹਾਰਾਜ ਜੀ ਕਹਿੰਦੇ, ਮਰਦਾਨਿਆ, ਆ ਲਾਲ ਬੰਨ ਲੈ, ਪੱਲੇ ਜੇ ਬੰਨਣਾ। ਮਰਦਾਨਾ ਜੀ ਸੁਣ ਕੇ ਕਹਿੰਦੇ, ਮਹਾਰਾਜ ਜੀ, ਇਹ ਤਾਂ ਪੱਥਰ ਹੈ, ਇਹ ਮੇਰੇ ਕਿਹੜੇ ਕੰਮ ਦਾ? ਇਹ ਕਿਸੇ ਨੇ ਨਹੀਂ ਲੈਣਾ ਮਹਾਰਾਜ। ਜੇ ਕਿਸੇ ਨੂੰ ਦਿਆਂਗਾ ਤੇ ਇਹਦੇ ਬਦਲੇ ਰੋਟੀਆਂ ਥੋੜੀ ਮਿਲਣਗੀਆਂ। ਇਹ ਤਾਂ ਪੱਥਰ ਹੈ ਮਹਾਰਾਜ, ਚਮਕਣ ਵਾਲਾ ਪੱਥਰ ਹੀ ਹੈ ਨਾ। ਇਹ ਪੱਥਰ ਮਹਾਰਾਜ ਜੀ ਮੇਰੇ ਕਿਸ ਕੰਮ ਆਉਣਾ? ਹੋਏ ਦਾਮ ਨਿਜ ਪਾਸ ਜੇ ਚਾਹੇ ਸੋ ਲੇਵੇਂ ਸੋਏ। ਮਹਾਰਾਜ ਜੇ ਪੈਸੇ ਹੁੰਦੇ ਕੋਲ, ਰੁਪਈਏ ਹੁੰਦੇ ਤੇ ਜੋ ਚਾਹੁੰਦਾ ਲੈ ਲੈਂਦਾ। ਇਹ ਪੱਥਰ ਦਾ ਕੀ ਮਿਲਣਾ ਮੈਨੂੰ? ਜੇ ਰੁਪਈਏ ਹੁੰਦੇ ਤੇ ਰੁਪਈਏ ਮੈਂ ਆਪਣੇ ਪੱਲੇ ਬੰਨਦਾ, ਉਹਦਾ ਜੋ ਮਰਜ਼ੀ ਲੈ ਲੈਂਦਾ। ਚੋਪਈ ਜਾਂ ਕੇ ਬਾਂਦੇ ਭੂਖ ਨ ਜਾਵੇ। ਮਹਾਰਾਜ, ਇਹ ਜਿਹੜਾ ਪੱਥਰ ਤੁਸੀਂ ਆਪਣੇ ਚਰਨਾਂ ਦੇ ਅੰਗੂਠੇ ਨਾਲ ਖੋਤਰ ਕੇ ਜ਼ਮੀਨ ਚੋਂ ਕੱਢਿਆ, ਇਹਨੂੰ ਪੱਲੇ ਬੰਨਣ ਦੇ ਨਾਲ ਮੇਰੀ ਭੁੱਖ ਨਹੀਂ ਜਾਣੀ। ਜਬ ਲੋ ਹਾਥ ਆਹਾਰ ਨ ਆਵੇ। ਜਦੋਂ ਤੱਕ ਮੇਰੇ ਹੱਥ 'ਚ ਭੋਜਨ ਨਹੀਂ ਲੱਗਦਾ, ਪ੍ਰਸ਼ਾਦਾ ਨਹੀਂ ਲੱਗਦਾ। ਸ਼੍ਰੀ ਗੁਰ ਕਏ ਨਿਕਟ ਹੈ ਨਗਰੀ। ਮਹਾਰਾਜ ਜੀ ਕਹਿੰਦੇ, ਮਰਦਾਨਿਆ, ਨਗਰ ਹੁਣ ਨੇੜੇ ਹੀ ਰਹਿ ਗਿਆ। ਤੈਂ ਕੀਮਤ ਇਸ ਹੋਏ ਉਜਗਰੀ। ਉੱਥੇ ਜਾ ਕੇ ਆ ਜਿਹੜਾ ਤੂੰ ਪੱਥਰ ਕਹਿਣਾ ਨਾ, ਇਹਦੀ ਕੀਮਤ ਦਾ ਉੱਥੇ ਜਾ ਕੇ ਪਤਾ ਲੱਗਣਾ, ਜਿਹੜਾ ਉਹ ਸਾਹਮਣੇ ਨਗਰ ਹੈ। 3 ਕੋਸ ਪਿਕ ਚੱਲ ਤਤਕਾਲਾ। ਬਸ 3 ਕੋਹ ਦਾ ਪਿੰਡ ਹੈ ਤੇ ਤੈਅ ਕਰਕੇ ਆਪਾਂ ਤਾਤਕਾਲ ਹੀ ਉੱਥੇ ਪਹੁੰਚ ਜਾਣਾ। ਕਿਉਂ ਧੀਰਜ ਦੇ ਤੁਰੇ ਕਿਰਪਾਲਾ। ਇਸ ਤਰ੍ਹਾਂ ਧੀਰਜ ਦੇ ਕੇ ਮਰਦਾਨੇ ਨੂੰ ਮਹਾਰਾਜ ਜੀ ਟੁਰ ਪਏ। ਅਤ ਲੱਜਤ ਹੋਵਤ ਮਰਦਾਨਾ। ਮਰਦਾਨਾ ਜੀ ਲੱਜਤ ਵੀ ਨੇ, ਨੇਤਰ ਵੀ ਨੀਵੇਂ ਨੇ, ਵੀ ਹੁਣ ਇਹ ਵੀ ਨਹੀਂ ਕਹਿ ਸਕਦੇ ਵੀ ਮੈਂ ਚੱਲਿਆ ਛੱਡ ਕੇ। ਪਹਿਲਾਂ 2-3 ਵਾਰੀ ਕੀਤਾ ਇਸ ਤਰ੍ਹਾਂ ਤੇ ਪਤਾ ਲੱਗਾ ਵੀ ਕੀ ਬੀਤੀ ਹੈ। ਹੁਣ ਕਹਿੰਦੇ ਵੀ ਨਹੀਂ, ਲੱਜਤ ਵੀ ਹਨ। ਰਿਦੇ ਖਿਜਤ ਨੇ ਕਰਤ ਬਖਾਨਾ। ਮਨ 'ਚ ਖਿਜੀ ਜਾਂਦੇ ਆ ਪਰ ਮੂੰਹੋਂ ਕੁਝ ਬੋਲਦੇ ਨਹੀਂ। ਮਨ 'ਚ ਖਿਜਦੇ ਆ ਪਰ ਆਪਣੇ ਮੁਖੋਂ ਨਹੀਂ ਕੁਝ ਬੋਲਦੇ। ਮੰਦ ਮੰਦ ਬੇਦੀ ਕੁਲ ਦੀਪਾ। ਬੇਦੀਆਂ ਦੀ ਕੁਲ ਦੇ ਦੀਪ ਜਗਤ ਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਸਹਿਜੇ ਸਹਿਜੇ ਟੁਰੇ ਜਾ ਰਹੇ ਨੇ। ਚੱਲ ਕਰ ਪਹੁੰਚੇ ਨਗਰ ਸਮੀਪਾ। ਚੱਲ ਕੇ ਮਹਾਰਾਜ ਜੀ ਇਸ ਨਗਰ ਦੇ ਨੇੜੇ ਪਹੁੰਚੇ ਹਨ। ਬਿਟਪ ਬਿਲੋਕ ਏਕ ਰਮਣੀਕਾ। ਇੱਕ ਬੜਾ ਰਮਣੀਕ ਸੋਹਣਾ ਜਿਹਾ ਛਾਂਦਾਰ ਦਰਖਤ ਵੇਖ ਕੇ ਬੈਠ ਗਏ ਤੈਂ ਸਭ ਜਗ ਟੀਕਾ। ਸਾਰੇ ਜਗਤ ਦੇ ਟੀਕਾ ਪੂਜਨੀਕ ਸਤਿਗੁਰੂ ਜੀ
ਉਸ ਦਰਖਤ ਦੇ ਥੱਲੇ ਜਾ ਕੇ ਸੱਜ ਗਏ, ਬੈਠ ਗਏ। ਤਬ ਮਰਦਾਨੇ ਬਚਨ ਉਚਾਰਾ, ਫਿਰ ਭਾਈ ਮਰਦਾਨਾ ਜੀ ਬੋਲੇ, ਜਿਉ ਤੁਮ ਕਹੋ ਕਰੋ ਤਿਉ ਕਾਰਾ। ਮਹਾਰਾਜ ਜੀ ਹੁਣ ਦੱਸੋ ਕੀ ਹੁਕਮ ਹੈ? ਨਗਰ ਆ ਗਿਆ, ਕੀ ਹੁਕਮ ਹੈ ਆਪ ਜੀ ਦਾ? ਜਿਵੇਂ ਆਪ ਜੀ ਕਹੋ ਮੈਂ ਤਿਵੇਂ ਕਰਾਂ। ਲਾਲ ਨਾਮ ਕਹਿ ਦਿਓ ਜਮੋਈ, ਆ ਜਿਹੜਾ ਤੁਸੀਂ ਲਾਲ ਕਹਿ ਕੇ ਮੈਨੂੰ ਦਿੱਤਾ ਵੀ ਇਹ ਲਾਲ ਹੈ, ਇਸ ਤੇ ਕੌਣ ਕਾਜ ਅਬ ਹੋਈ। ਦੱਸੋ ਇਹਦੇ ਨਾਲ ਹੁਣ ਮੈਂ ਕਿਹੜਾ ਕੰਮ ਕਰਾਂ? ਇਸ ਲਾਲ ਨਾਲ ਮੇਰਾ ਕਿਹੜਾ ਕੰਮ ਸਵਰੇਗਾ? ਕਮਲ ਬਦਨ ਤੇ ਬਿਗਸ ਬਖਾਨਾ, ਕਮਲ ਬਦਨ ਸਤਿਗੁਰੂ ਜੀ ਥੋੜਾ ਜਿਹਾ ਮੁਸਕਰਾਏ ਤੇ ਮੁਸਕਰਾ ਕੇ ਬੋਲੇ, ਨਗਰ ਨਾਮ ਜਾਨੋ ਕੇ ਨਾ ਜਾਨਾ। ਮਹਾਰਾਜ ਜੀ ਕਹਿੰਦੇ, ਮਰਦਾਨਿਆ ਜਿਹੜੇ ਨਗਰ ਚ ਤੂੰ ਚੱਲਿਆ ਇਹਦੇ ਬਾਰੇ ਜਾਣਦਾ ਵੀ ਇਹ ਨਗਰ ਦਾ ਨਾਂ ਕੀ ਹੈ? ਸਤਿਗੁਰੂ ਜੀ ਪੁੱਛਦੇ, ਨਾਲੇ ਮੁਸਕਰਾਉਂਦੇ ਆ। ਤੇ ਮਹਾਰਾਜ ਜੀ ਕਹਿੰਦੇ ਆ ਨਗਰ ਦਾ ਨਾਂ ਪਤਾ ਹੈ ਤੈਨੂੰ, ਇਹਦਾ ਨਾਂ ਕੀ ਹੈ? ਓ ਪ੍ਰਭ ਜੀ ਕਿਆ ਨਾਮ ਹੈ ਮਾਈ। ਕਹਿਣ ਲੱਗਾ, ਮਹਾਰਾਜ ਜਿਹੜਾ ਮਰਜ਼ੀ ਨਾ ਹੋਵੇ, ਮੈਂ ਕਿਹੜਾ ਇੱਥੇ ਜ਼ਮੀਨ ਖਰੀਦ ਕੇ ਰਹਿਣਾ? ਕੱਲ ਨੂੰ ਤੁਸੀਂ ਕਿਸੇ ਨਵੇਂ ਨਗਰ ਚ ਲੈ ਟੁਰਨਾ, ਤੇ ਮੈਂ ਕਿਹੜੇ ਕਿਹੜੇ ਨਗਰਾਂ ਦੇ ਨਾਂ ਯਾਦ ਰੱਖਦਾ ਫਿਰਾਂ ਮਹਾਰਾਜ। ਕਿਸੇ ਇੱਕ ਨਗਰ 'ਚ ਆਪਣਾ ਜਾਣਾ ਹੋਵੇ ਤੇ ਮਹਾਰਾਜ ਪਤਾ ਹੋਵੇ। ਮਹਾਰਾਜ ਭਾਈ ਮਰਦਾਨਾ ਜੀ ਦਾ ਖਿਜੇ ਹੋਏ, ਭੁੱਖ ਸੀ ਲੱਗੀ ਹੋਈ। ਗੁਰੂ ਸਾਹਿਬ ਜੀ ਜਿਵੇਂ ਹਾਸ ਰਸ ਵਿੱਚ ਭਜਨ ਬਿਲਾਸ ਨਹੀਂ ਕਰਦੇ, ਇਦਾਂ ਕਰ ਰਹੇ। ਮਹਾਰਾਜ ਜੀ ਕਹਿੰਦੇ, ਮਰਦਾਨਿਆ ਪਤਾ ਨਗਰ ਦਾ ਨਾਂ? ਕਹਿੰਦਾ, ਮਹਾਰਾਜ ਮੈਂ ਕੀ ਲੈਣਾ ਨਾਂ ਤੋਂ? ਹਾਂਜੀ। ਅਸਨ ਖਾਨ ਦੇਵੋ ਕਹਿ ਨਾਈ। ਇਹ ਦੱਸੋ ਵੀ ਮੈਨੂੰ 2 ਪ੍ਰਸ਼ਾਦੇ ਖਾਣ ਦੇਣੇ ਨੇ ਕਿ ਨਹੀਂ ਖਾਣ ਦੇਣੇ ਤੁਸੀਂ? ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ 2 ਪ੍ਰਸ਼ਾਦੇ ਖਾਣ ਦਿਓਗੇ ਕਿ ਨਹੀਂ? ਜੋ ਵਿਦ ਕਰਨੀ ਨਹੀਂ ਬਤਾਵੋ। ਜਿਹੜਾ ਕੰਮ ਨਹੀਂ ਕਰਨਾ ਉਹ ਤੁਸੀਂ ਦੱਸੀ ਜਾਂਦੇ ਹੋ। ਮੈਂ ਪਿੰਡ ਦੇ ਨਾਂ ਤੋਂ ਕੀ ਲੈਣਾ, ਸ਼ਹਿਰ ਦੇ ਨਾਂ ਤੋਂ ਕੀ ਲੈਣਾ? ਮੈਂ ਤੁਹਾਨੂੰ ਪੁੱਛਦਾ ਵੀ ਹੁਣ ਦੱਸੋ ਵੀ ਮੇਰਾ ਕੰਮ ਮੈਂ ਕੀ ਕਰਾਂ? ਮੈਂ ਤਾਂ ਪ੍ਰਸ਼ਾਦੇ ਬਾਰੇ ਪੁੱਛਦਾ, ਤੁਸੀਂ ਪਿੰਡ ਦਾ ਨਾਂ ਪੁੱਛੀ ਜਾਂਦੇ ਹੋ। ਮਹਾਰਾਜ ਮਹਾਰਾਜ ਮੈਂ ਇਹਦੇ ਪਿੰਡ ਤੋਂ ਇਹਦੇ ਨਾਂ ਤੋਂ ਕੀ ਲੈਣਾ? ਜਿਹੜਾ ਕੰਮ ਨਹੀਂ ਕਰਨਾ ਉਹ ਤੁਸੀਂ ਦੱਸ ਰਹੇ ਹੋ। ਬਾतें ਕਰਤੇ ਦਿਵਸ ਬਤਾਵੋ। ਇਹ ਤਾਂ ਬਚਨ ਕਰਦੇ ਆ ਮਹਾਰਾਜ ਜੀ, ਸਾਰਾ ਦਿਨ ਲੰਘ ਚੱਲਿਆ। ਹਸਨ ਏਤ ਬੋਲੇ ਸੁਖ ਧਾਮੋ। ਮਹਾਰਾਜ ਜੀ ਹੱਸਣ ਵਾਸਤੇ ਬੋਲੇ, ਜਾਨ ਬਿਸ਼ੰਬਰਪੁਰ ਏ ਨਾਮੋ। ਮਹਾਰਾਜ ਜੀ ਕਹਿਣ ਲੱਗੇ, ਭਾਈ ਮਰਦਾਨਿਆ ਇਸ ਪਿੰਡ ਦਾ ਨਾਮ, ਸ਼ਹਿਰ ਦਾ ਨਾਮ ਹੈ ਬਿਸੰਬਰਪੁਰ, ਜਿਹਨੂੰ ਆਪਾਂ ਪਟਨਾ ਸਾਹਿਬ ਵੀ ਕਹਿੰਦੇ, ਇਹਦਾ ਨਾਮ ਬਿਸੰਬਰਪੁਰ ਵੀ ਹੈ। ਮਹਾਰਾਜ ਜੀ ਕਹਿੰਦੇ ਇਹਦਾ ਨਾਮ ਬਿਸੰਬਰਪੁਰ ਹੈ, ਇਹਨੂੰ ਪਟਨਾ ਸਾਹਿਬ ਵੀ ਕਹਿੰਦੇ ਹਨ। ਕਉ ਨਾਮ ਨਗਰ ਕਾਹੋ। ਭਾਈ ਮਰਦਾਨ ਮਹਾਰਾਜ ਜੀ ਕੋਈ ਹੋਵੇ ਨਾ ਅੱਗੇ, ਬਿਸੰਬਰਪੁਰ ਹੋਵੇ ਤੇ ਭਾਵੇਂ ਕੁਝ ਹੋਰ ਹੋਵੇ। ਮਹਾਰਾਜ ਮੈਂ ਨਾਂ ਤੋਂ ਕੀ ਲੈਣਾ? ਮੈਂ ਜਿਹੜੀ ਗੱਲ ਪੁੱਛਦਾ ਉਹ ਦੱਸੋ। ਵੀ ਮੈਂ ਪੁੱਛਦਾ 2 ਪ੍ਰਸ਼ਾਦਿਆਂ ਦਾ ਪ੍ਰਬੰਧ ਹੋਏਗਾ ਕਿ ਨਹੀਂ ਇੱਥੇ? ਤੁਸੀਂ ਦੱਸੀ ਜਾਂਦੇ ਪਿੰਡ ਦਾ ਨਾਮ ਬਿਸੰਬਰਪੁਰ ਹੈ। ਮਹਾਰਾਜ ਕੁਝ ਹੋਵੇ ਨਾ। ਭਾਈ ਮਰਦਾਨਾ ਜੀ ਪੂਰੇ ਖਿਜੇ ਹੋਏ ਹਨ। ਬਹੁਤ ਚੁਦਾ ਲਾਗੀ ਅਬ ਮੋ। ਮਹਾਰਾਜ ਭੁੱਖ ਬੜੀ ਲੱਗੀ ਆ, ਮੇਰੇ ਪ੍ਰਾਣ ਨਿਕਲਦੇ ਜਾ ਰਹੇ ਨੇ। ਸ਼ਰਮ ਤੇ ਨਿਰਬਲ ਕਾਇਆ ਸਗਰੀ। ਮਹਾਰਾਜ ਜਿੰਨਾ ਥਕੇਵਾ ਪਿੱਛੋਂ ਚੱਲ ਕੇ ਆਏ ਆ, ਟੁਰ ਕੇ ਸਰੀਰ ਨਿਰਬਲ ਹੋ ਗਿਆ। ਕਿਉਂ ਹੋ ਪਹੁੰਚੇ ਹੈ ਟਿਗ ਨਗਰੀ। ਤਾਂ ਜਾ ਕੇ ਕਿਸੇ ਨਗਰ ਦੇ ਨੇੜੇ ਆਏ ਆ ਮਹਾਰਾਜ। ਨਗਰ ਮੱਥੇ ਲੱਗਾ, ਜੰਗਲਾਂ 'ਚ ਲਈ ਫਿਰੇ ਹੁਣ ਤਾਈਂ। ਦੋਹਰਾ ਕਰੁਣਾ ਨਿਦ ਬਿਗਸੇ ਬੌਰ। ਬੋਲੇ ਤੈ ਸੋ ਬੈਨ। ਕਰੁਣਾ ਦੇ ਖਜ਼ਾਨੇ ਸਤਿਗੁਰੂ ਜੀ ਫਿਰ ਬਿਗਸੇ, ਮੁਸਕਰਾਏ ਤੇ ਬੋਲੇ, ਨਗਰ ਵਿਖੇ ਗਵਨੋ ਅਬੇ ਖੋਜ ਜੋਰੀ ਐਨ। ਮਹਾਰਾਜ ਜੀ ਕਹਿੰਦੇ ਜਾ ਮਰਦਾਨੇ, ਸਾਹਮਣੇ ਨਗਰ ਹੈ, ਇਸ ਨਗਰ 'ਚ ਜਾ ਕੇ ਕਿਸੇ ਜੌਹਰੀ ਦੀ ਭਾਲ ਕਰ, ਕਿਸੇ ਜੌਹਰੀ ਨੂੰ ਵੇਖ। ਖਾਲਸਾ ਜੀ ਇਸ ਨਗਰ ਵਿੱਚ ਜਿਹੜੇ ਭਾਈ ਸਾਲਸਰਾਏ ਜੀ ਜੌਹਰੀ ਨੇ, ਜਿਨ੍ਹਾਂ ਦੇ ਗ੍ਰਹਿ ਵਿਖੇ ਬਾਜਾਂ ਵਾਲੇ ਚੋਜੀ ਪ੍ਰੀਤਮ ਜੀ ਨੇ ਪ੍ਰਕਾਸ਼ ਧਾਰਨ ਕੀਤਾ। ਸਾਲਸਰਾਏ ਜੌਹਰੀ ਦਾ ਜਿਹੜਾ ਅੱਗੇ ਵੰਸ਼ਜ ਸੀ ਉਹ ਰਾਜਾ ਫਤਿਹ ਸ਼ਾਹ ਮੈਣੀ ਸੀ, ਜਿਹੜੀ ਰਾਣੀ ਬਿਸੰਬਰਾਂ ਦੇਵੀ ਸੀ। ਤੇ ਫਤਿਹ ਸ਼ਾਹ ਰਾਜਾ ਸੀ ਨਾ, ਇਹ ਸਾਲਸਰਾਏ ਦੇ ਪਰਿਵਾਰ ਚੋਂ ਸੀ। ਇੱਕ ਸਾਲਸਰਾਏ ਦਾ ਸੇਵਕ ਸੀ ਅਧਰਕਾ, ਉਹਦੇ ਵੰਸ਼ਜ ਜਿਹੜੇ ਕਲਗੀਧਰ ਜੀ ਦੇ ਸਮੇਂ ਸੇਵਾ ਕਰਦੇ ਸੀ, ਘਨਸ਼ਿਆਮ ਤੇ ਗੁਲਾਬ, ਉਹ ਵੀ ਮਹਾਰਾਜ 10ਵੇਂ ਪਾਤਸ਼ਾਹ ਜੀ ਦੇ ਸਮਕਾਲੀ ਹੋਏ।
ਤੋ ਸਤਿਗੁਰੂ ਜੀ ਇਸ਼ਾਰਾ ਕਰਦੇ, ਮਰਦਾਨਿਆਂ ਨਗਰ ਦੇ ਵਿੱਚ ਕਿਸੇ ਜੌਹਰੀ ਦੀ ਭਾਲ ਕਰ ਤੇ ਇਸ ਲਾਲ ਦਾ ਮੁੱਲ ਪਵਾ ਕੇ ਆ। ਜੋ ਪਈ ਵਿੱਚੋਂ ਜਾਏ ਤਾਂ ਇਹ ਲਾਲਾ, ਇਹ ਲਾਲ ਕਿਸੇ ਜੌਹਰੀ ਨੂੰ ਵੇਖ ਕੇ ਇਹ ਵੇਚ ਆਓ। ਸੁਨਤ ਸ਼੍ਰੋਣ ਗਮਨਿਓ ਤਤਕਾਲਾ, ਸੁਣ ਕੇ ਤਾਤਕਾਲ ਭਾਈ ਮਰਦਾਨਾ ਜੀ ਚੱਲ ਪਏ। ਜਾਏ ਜੋਹਰੀ ਕੋ ਦਿਖ ਰਾਇਓ, ਨਗਰ ਵਿੱਚ ਗਏ, ਇੱਕ ਜੌਹਰੀ ਨੂੰ ਜਾ ਕੇ ਉਹ ਜਿਹੜਾ ਕੀਮਤੀ ਲਾਲ ਸੀ ਉਹ ਵਿਖਾਇਆ। ਤੀਨ ਤਾਂਬਰ ਪਣ ਮੋਲ ਸੁਨਾਇਓ, ਉਹਨੇ 3 ਤਾਂਬੇ ਦੇ ਰੁਪਈਏ ਮੁੱਲ ਪਾਇਆ ਇਹਦਾ, ਵੀ ਇਹਦਾ ਮੁੱਲ 3 ਤਾਂਬੇ ਦੇ ਰੁਪਈਏ ਹੈ। ਮਰਦਾਨੇ ਮਨ ਕੀਨ ਵਿਚਾਰਾ, ਭਾਈ ਮਰਦਾਨਾ ਜੀ ਨੇ ਮਨ ਹੀ ਮਨ ਵਿਚਾਰ ਕੀਤੀ। ਲਾਲ ਮੋਲ ਨਰ ਕਹਿ ਤੇ ਅਪਾਰਾ, ਵੀ ਲੋਕ ਕਹਿੰਦੇ ਆ ਵੀ ਲਾਲ ਬੜਾ ਕੀਮਤੀ ਹੁੰਦਾ, ਵੀ ਲਾਲ ਤਾਂ ਬੜੇ ਮੋਹ ਮੁੱਲੇ ਹੁੰਦੇ ਆ, ਤੇ ਇਹ 3 ਰੁਪਈਏ ਤਾਂਬੇ ਦੇ ਪਾਉਂਦਾ ਮੁੱਲ। ਕਈਆਂ ਨੂੰ ਪੁੱਛਿਆ, ਕਿਸੇ ਨੇ ਮਠਿਆਈ ਦਾ 2-4 ਸੇਰ ਮੁੱਲ ਪਾਇਆ, ਕਿਸੇ ਨੇ ਕੁਝ। ਜੌਹਰੀ ਇੱਕ ਨੇ 3 ਤਾਂਬੇ ਦੇ ਰੁਪਈਆਂ ਦਾ ਮੁੱਲ ਪਾਇਆ। ਸੋਚਦੇ ਆ ਵੀ ਲਾਲ ਤਾਂ ਬੜੇ ਕੀਮਤੀ ਹੁੰਦੇ ਨੇ। ਤੈਂ ਸੋ ਕਯੋ ਵਾਕ ਤਬ ਐਸੇ, ਉਹ ਅੱਗੋਂ ਕਹਿਣ ਲੱਗੇ ਭਾਈ ਮਰਦਾਨਾ ਜੀ ਜੌਹਰੀ ਨੂੰ, ਜਿਹੜਾ 3 ਤਾਂਬੇ ਦੇ ਰੁਪਈਏ ਮੁੱਲ ਪਾਉਂਦਾ ਸੀ, ਬੂਝੋ ਸੰਗੀ ਬਾਹਰ ਬੈਸੇ, ਕਹਿਣ ਲੱਗਾ ਜੀ ਇਹ ਲਾਲ ਦੇ ਮਾਲਕ ਬਾਹਰ ਬੈਠੇ ਨੇ ਤੇ ਮੈਂ ਉਹਨਾਂ ਨੂੰ ਪੁੱਛ ਆਉਣਾ ਵੀ ਇਹ ਵੇਚਣਾ ਕਿ ਨਹੀਂ ਵੇਚਣਾ। ਲੈ ਕਰ ਲਾਲ ਆਪਨੇ ਪਾਸਾ, ਭਾਈ ਮਰਦਾਨਾ ਜੀ ਨੇ ਉਹ ਲਾਲ ਵਾਪਸ ਲਿਆ। ਆਵਾਜੇ ਬੈਠੇ ਸੁਖ ਰਾਸਾ, ਜਿੱਥੇ ਸੁਖ ਦਾਤੇ ਸਤਿਗੁਰੂ ਜੀ ਬੈਠੇ ਉੱਥੇ ਅੱਜ ਕੱਲ ਗੁਰਦੁਆਰਾ ਸੁਨਿਆਰ ਟੋਲੀ ਹੈ। ਗੁਰੂ ਨਾਨਕ ਪਾਤਸ਼ਾਹ ਦਾ ਸਥਾਨ ਹੈ ਪਟਨਾ ਸਾਹਿਬ, ਜਿੱਥੇ ਸਤਿਗੁਰਾਂ ਨੇ ਆਸਣ ਲਾਇਆ ਸੀ, ਉਹਦਾ ਨਾਮ ਗੁਰਦੁਆਰਾ ਸੁਨਿਆਰ ਟੋਲੀ ਹੈ। ਉੱਥੇ ਵਾਪਸ ਆ ਗਏ ਭਾਈ ਮਰਦਾਨਾ ਜੀ। ਇੱਕ ਜੋਰੀ ਪਿਖ ਕਰ ਬੋਲਾ, ਕਹਿਣ ਲੱਗਾ ਮਹਾਰਾਜ ਜੀ ਇੱਕ ਜੌਹਰੀ ਨੂੰ ਮੈਂ ਵਿਖਾ ਕੇ ਆਇਆ ਤੇ ਵੇਖ ਕੇ ਉਹ ਬੋਲਿਆ, ਤੀਨ ਤਾਂਬਰ ਪਣਿਆ ਕੋ ਮੋਲਾ, ਕਹਿੰਦਾ ਜੀ ਇਹਦੇ 3 ਤਾਂਬੇ ਦੇ ਰੁਪਈਏ ਮੁੱਲ ਹੈ। ਸਾਲਸ ਰਾਏ ਜੋਰੀ ਨਾਮੋ, ਤੇ ਬਾਅਦ ਵਿੱਚ ਹੋਰ ਵੀ ਕਈਆਂ ਨੂੰ ਵਿਖਾਇਆ, ਕਿਸੇ ਨੇ ਸਾਗ ਦੀ ਗੁੱਛੀ ਮੁੱਲ ਪਾਇਆ, ਕਿਸੇ ਨੇ ਕੁਝ। ਮਹਾਰਾਜ ਜੀ ਮੈਂ ਵਾਪਸ ਆ ਗਿਆ। ਸੁਣ ਕੇ ਸਤਿਗੁਰੂ ਜੀ ਬੋਲੇ, ਕਹਿੰਦੇ ਮਰਦਾਨਿਆ ਏਦਾਂ ਕਰ, ਇਸ ਨਗਰ ਵਿੱਚ ਇੱਕ ਜੌਹਰੀ ਹੈ, ਉਹਦਾ ਨਾਮ ਹੈ ਸਾਲਸਰਾਏ। ਸਾਲਸਰਾਏ ਜੌਹਰੀ ਜੋ ਹੈ, ਮਰਦਾਨੇ ਜਾਵੋ ਤੇ ਤਾਮੋ, ਭਾਈ ਮਰਦਾਨਾ ਜੀ ਉਹਦੇ ਘਰ ਚੱਲ ਕੇ ਜਾਓ। ਖੋਜੇ ਪਾਏ ਦੀਜੀਏ ਏਈ, ਉਹਨੂੰ ਜਾ ਕੇ ਖੋਜ ਲੱਭ ਤੇ ਇਹ ਉਹਦੇ ਕੋਲ ਲੈ ਕੇ ਜਾ। ਦਏ ਮੋਲ ਸੋ ਆਵੋ ਲੈ, ਉਹ ਜਿਹੜਾ ਮੁੱਲ ਦੇਵੇ ਤੂੰ ਉਹ ਲੈ ਕੇ ਵਾਪਸ ਆ ਜਾਈਂ। ਸੁਨ ਕਰ ਨਗਰ ਵਿਖੇ ਪੁਨ ਗਵਨਾ, ਇਹ ਸੁਣ ਕੇ ਭਾਈ ਸਾਹਿਬ ਜੀ ਦੁਬਾਰਾ ਫਿਰ ਨਗਰ ਵਿੱਚ ਗਏ। ਖੋਜਤ ਫਿਰਤ ਸ਼ਾਹ ਕੋ ਭਵਨਾ, ਸਾਲਸਰਾਏ ਜੌਹਰੀ ਦਾ ਘਰ ਪੁੱਛ ਪਛਾ ਕੇ ਲੱਭਣ ਲੱਗੇ। ਜਬ ਕੈ ਨਾ ਤੇ ਸਦਨ ਬਤਾਇਓ, ਫਿਰ ਕਿਸੇ ਨੇ ਦੱਸਿਆ ਵੀ ਉਹ ਸਾਹਮਣੇ ਘਰ ਹੈ ਜਿੱਥੇ ਅੱਜ ਕੱਲ ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਸੁਭਾਏਮਾਨ ਹੈ, ਸਾਲਸਰਾਏ ਜੌਹਰੀ ਦੀ ਹਵੇਲੀ ਸੀ। ਕਹਿੰਦੇ ਇਸ਼ਾਰਾ ਕੀਤਾ ਮਰਦਾਨੇ ਨੂੰ ਵੀ ਉਹ ਸਾਹਮਣੇ ਆ ਸਾਲਸਰਾਏ ਦਾ ਘਰ। ਦਰ ਤਿਸ਼ਟਿਓ ਕੈ ਊਚ ਬੁਲਾਇਓ, ਦਰਵਾਜ਼ੇ ਤੇ ਜਾ ਕੇ ਭਾਈ ਮਰਦਾਨੇ ਨੇ ਦਰਵਾਜ਼ਾ ਖੜਕਾਇਆ ਤੇ ਆਵਾਜ਼ ਮਾਰੀ, ਜੌਹਰੀ ਸਾਲਸਰਾਏ ਜੀ ਬਾਹਰ ਆਓ। ਏਦਾਂ ਆਵਾਜ਼ ਦੇ ਕੇ ਹਾਕ ਮਾਰੀ। ਸੁਨਤ ਸ਼ਾਹ ਭੇਜਿਓ ਨਿਜ ਦਾਸਾ, ਸਾਲਸਰਾਏ ਨੇ ਆਵਾਜ਼ ਸੁਣੀ ਤੇ ਆਪਣਾ ਨੌਕਰ ਭੇਜਿਆ ਬਾਹਰ। ਕੌਣ ਆਏ ਬੂਝੋ ਤੈ ਪਾਸਾ, ਨੌਕਰ ਨੂੰ ਕਿਹਾ ਵੀ ਜਾ ਪੁੱਛ ਕੇ ਆ ਕੌਣ ਆਇਆ। ਆਏ ਨਿਕਟ ਪ੍ਰਿਤ ਬਚਨ ਅਲਾਇਓ, ਨੌਕਰ ਕੋਲ ਆਇਆ, ਭਾਈ ਮਰਦਾਨੇ ਦੇ ਦਰਵਾਜ਼ਾ ਖੋਲ ਕੇ ਤੇ ਪੁੱਛਿਆ, ਕੋ ਹੈ ਤੂੰ ਕਹਿੰਤੇ ਚੱਲ ਆਇਓ। ਹਾਂ ਭਾਈ ਕੌਣ ਹੈ ਤੂੰ ਤੇ ਕਿੱਥੋਂ ਚੱਲ ਕੇ ਆਇਆ। ਤੈ ਸੋ ਮਰਦਾਨੇ ਬਚ ਭਾਖਾ, ਭਾਈ ਸਾਹਿਬ ਭਾਈ ਮਰਦਾਨਾ ਜੀ ਅੱਗੋਂ ਬੋਲੇ, ਸੋਦੇ ਵੇਚਨ ਕੀ ਅਬਿਲਾਖਾ, ਕਹਿਣ ਲੱਗੇ ਜੌਹਰੀ ਸਾਹਿਬ ਨੂੰ ਮਿਲਣ ਆਇਆ, ਮੇਰੇ ਕੋਲ ਕੋਈ ਸੌਦਾ ਤੇ ਉਹ ਮੈਂ ਵੇਚਣਾ। ਅਸਕੈ ਅੰਤਰ ਸਦਨ ਸਿਧਾਇਓ, ਨੌਕਰ ਕਹਿੰਦਾ ਆਓ ਮਹਾਰਾਜ ਜੀ ਆ ਜਾਓ। ਭਾਈ ਮਰਦਾਨੇ ਨੂੰ ਨਾਲ ਲੈ ਕੇ ਅੰਦਰ ਆਇਆ। ਦਏ ਸ਼ਾਹ ਕੋ ਲਾ
ਲਾਲ ਦਿਖਾਇਓ। ਸਾਲਸਰਾਏ ਜੌਹਰੀ ਨੂੰ ਜਾ ਕੇ ਉਹਨੇ ਲਾਲ ਵਿਖਾਇਆ। ਭਾਈ ਮਰਦਾਨਾ ਜੀ ਨੇ ਲਾਲ ਦਿੱਤਾ। ਨੈਣ ਬਿਲੋਕਤ ਮਨ ਬਿਸਮਾਨਾ। ਜਦੋਂ ਸਾਲਸਰਾਏ ਨੇ ਉਹ ਲਾਲ ਵੇਖਿਆ ਤੇ ਵੇਖ ਕੇ ਮਨ 'ਚ ਬਿਸਮਾਦ ਹੋਇਆ, ਬੜਾ ਹੈਰਾਨ ਹੋਇਆ ਵੇਖ ਕੇ। ਇਦਾਂ ਦਾ ਲਾਲ ਉਹਨੇ ਕਦੇ ਨਹੀਂ ਸੀ ਵੇਖਿਆ। ਪਟ ਅਚਰ ਤੈ ਪਰ ਪਹਿਚਾਨਾ। ਉਹਦੇ ਤੇ ਕੁਝ ਅੱਖਰ ਲਿਖੇ ਹੋਏ ਨੇ, ਪ੍ਰਭੂ ਦਾ ਨਾਮ ਲਿਖਿਆ ਹੋਇਆ ਤੇ ਨਾਮ ਰੂਪੀ ਲਾਲ ਹੈ, ਇਦਾਂ ਕਹਿ ਸਕਦੇ ਆ। ਬਾਹਰੀ ਦੁਨਿਆਵੀ ਲਾਲ ਦਾ ਤਾਂ ਸਤਿਗੁਰਾਂ ਬਹਾਨਾ ਕੀਤਾ, ਅਸਲ ਵਿੱਚ ਇਹਦੇ 'ਚ ਨਾਮ ਰੂਪੀ ਲਾਲ ਹੈ। ਤੇ ਸਤਿਗੁਰੂ ਜੀ ਦੱਸਣਾ ਚਾਹੁੰਦੇ ਸੀ, ਮਰਦਾਨਿਆਂ, ਨਾਮ ਰੂਪੀ ਲਾਲ ਦੇ ਗਾਹਕ ਵਿਰਲੇ ਹੁੰਦੇ ਆ। ਕੱਚ ਪਿੱਚ ਨੂੰ ਵਿਹਾਜਣ ਵਾਲੀ ਦੁਨੀਆ ਬੜੀ ਮਿਲਦੀ ਹੈ। ਭਾਈ ਮਰਦਾਨੇ ਨੂੰ ਸਮਝਾਉਣਾ ਸੀ, ਜੁਗਤ ਦੱਸਣੀ ਸੀ ਕਿ ਜਿਹੜੇ ਰੁਪਈਏ ਭਾਈ ਮਰਦਾਨਾ ਮੰਗਦਾ ਸੀ ਨਾ, ਵੀ ਮੈਨੂੰ ਦੇ ਦਿਓ, ਮੈਂ ਪੱਲੇ ਬੰਨਾਂ ਤੇ ਜਾ ਕੇ ਰੋਟੀ ਖਾ ਲਵਾਂ। ਸਤਿਗੁਰੂ ਜੀ ਦੱਸਣਾ ਚਾਹੁੰਦੇ ਸੀ, ਮਰਦਾਨਿਆਂ, ਪੱਲੇ ਬੰਨਣ ਵਾਸਤੇ ਨਾਮ ਰੂਪੀ ਲਾਲ ਚਾਹੀਦਾ, ਜਿਹਦੇ ਨਾਲ ਦੋਵੇਂ ਜਹਾਨ ਸਬਰ ਜਾਂਦੇ ਹਨ। ਇਹ ਸਮਝਾਉਣਾ ਸੀ। ਉਹ ਸਤਿਗੁਰਾਂ ਨੇ ਖੇਡ ਵਰਤਾਈ। ਸਾਲਸਰਾਏ ਜੌਹਰੀ ਨੇ ਜਦੋਂ ਲਾਲ ਵੇਖਿਆ, ਉਹਦੇ ਤੇ ਅੱਖਰ ਲਿਖੇ ਵੇਖੇ, ਧਰਮਵੰਤ ਸੁਸ਼ਾ ਸੁਜਾਨਾ। ਸਾਲਸਰਾਏ ਧਰਮੀ ਸੀ ਤੇ ਧਰਮਵੰਤ ਸੀ, ਚੰਗਾ ਸ਼ਾਹੂਕਾਰ ਸੀ। ਕਰ ਵਿਚਾਰ ਉਰ ਬਚਨ ਬਖਾਨਾ। ਵਿਚਾਰ ਕਰਕੇ ਬੋਲਿਆ, ਦੋਹਰਾ ਸੈਸ ਰਜਤ ਪਨ ਲਿਖੇ ਐ, ਜੋ ਦੇਖੇ ਸੋ ਦੇ। ਕਹਿਣ ਲੱਗੇ, 1000 ਰੁਪਈਆ ਉਸ ਲਾਲ ਦੇ ਉੱਤੇ ਲਿਖਿਆ ਹੋਇਆ। ਉਸ ਲਾਲ ਦੇ ਉੱਤੇ ਲਿਖਿਆ ਹੋਇਆ ਸੀ ਕਿ ਜਿਹੜਾ ਇਸ ਲਾਲ ਦੇ ਦਰਸ਼ਨ ਕਰੇ, ਉਹ 1000 ਰੁਪਈਆ ਕੇਵਲ ਦਰਸ਼ਨਾਂ ਦੀ ਭੇਟਾ ਭੇਟ ਕਰੇ। ਉਹਨੇ ਪੜ੍ਹੇ ਅੱਖਰ, ਇਹ ਬੜਾ ਅਦਭੁਤ ਲਾਲ ਹੈ, ਇਹਦੇ ਤੇ ਲਿਖਿਆ ਹੋਇਆ ਬਕਾਇਦਾ। ਕਦੇ ਕਿਸੇ ਲਾਲ ਤੇ ਉਹਨੇ ਵੇਖਿਆ ਨਹੀਂ ਸੀ ਵੀ ਅੱਖਰ ਲਿਖੇ ਹੋਣ। ਕੁਦਰਤੀ ਅੱਖਰ ਲਿਖੇ ਹੋਏ ਸੀ, ਇਹ ਵੀ ਨਹੀਂ ਕਿਸੇ ਨੇ ਆਪ ਲਿਖੇ ਹੋਣ, ਉਹ ਕੁਦਰਤੀ ਤੌਰ ਤੇ ਲਿਖੇ ਹੋਏ ਸੀ। ਤੇ ਵੇਖਦਾ ਹੈਰਾਨੀ ਨਾਲ ਵੀ 1000 ਰੁਪਈਆ ਤਾਂ ਮਰਦਾਨਿਆਂ ਇਹਦੇ ਤੇ ਲਿਖਿਆ ਵੀ ਜਿਹੜਾ ਦਰਸ਼ਨ ਕਰੇ ਉਹ ਭੇਟਾ ਕਰੇ। ਮੋਲ ਕਰੋ ਪਛਾਤ ਪੂਰਬ ਸ਼ਤ ਤੁਮ ਲੇ। ਉਸੇ ਵੇਲੇ 100 ਰੁਪਈਆ ਮੰਗਾਇਆ, ਕਹਿੰਦਾ 100 ਰੁਪਈਆ ਤਾਂ ਭਾਈ ਸਾਹਿਬ ਹੁਣੇ ਫੜੋ, ਇਹਦਾ ਮੁੱਲ ਮੈਂ ਫਿਰ ਪਾਵਾਂਗਾ ਵੀ ਇਹਦਾ ਮੁੱਲ ਕੀ ਹੈ। ਪਹਿਲਾਂ ਤਾਂ 100 ਰੁਪਈਆ ਤੁਸੀਂ ਮੇਰੇ ਕੋਲੋਂ, ਇਹ ਦਰਸ਼ਨਾਂ ਵਾਸਤੇ ਹੀ ਹੈ ਭੇਟਾ। ਵੈਸੇ 1000 ਰੁਪਈਆ ਲਿਖਿਆ, ਮੈਂ 100 ਦੇਣ ਲੱਗਾ, ਇਹਦਾ ਮੁੱਲ ਫਿਰ ਕਹਿੰਦੇ ਆਪਾਂ ਕਰਾਂਗੇ। ਮੈਂ ਕੁਝ ਹੋਰ ਜੌਹਰੀ ਸੱਦ ਲੈਣਾ, ਆਹ ਪਹਿਲਾਂ 100 ਰੁਪਈਆ ਤੁਸੀਂ ਪ੍ਰਵਾਨ ਕਰੋ। ਚੋਪਈ ਮਰਦਾਨਾ ਸ਼ਤ ਲੈ ਹਰ ਖਾਇਓ। ਭਾਈ ਮਰਦਾਨਾ ਜੀ ਬੜੇ ਖੁਸ਼ ਹੋਏ, 100 ਰੁਪਈਆ ਲੈ ਲਿਆ। ਮਹਾਰਾਜ ਜੀ ਨੇ ਦੱਸਣਾ ਸੀ, ਉਹ ਲਾਲ ਕੀਮਤੀ ਹੈ, 100 ਰੁਪਈਏ ਕੀਮਤੀ ਨਹੀਂ, 1000 ਰੁਪਈਆ ਕੀਮਤੀ ਨਹੀਂ। ਇਹ ਤਾਂ ਸੰਸਾਰ ਦੀ ਖੇਡ ਹੈ, ਅਸਲ ਖੇਡ ਤਾਂ ਉਹ ਲਾਲ ਦੀ ਆ, ਨਾਮ ਰੂਪੀ ਲਾਲ ਦੀ। ਉਹ ਸਮਝਾਉਣਾ ਸੀ। ਭਾਈ ਮਰਦਾਨਾ ਜੀ ਉਹ 100 ਰੁਪਈਆ ਬੜਾ ਖੁਸ਼ ਹੋ ਕੇ ਲਿਆ। ਚੱਲ ਕਰ ਵੈਰ ਨਗਰ ਪੁੰਨ ਆਇਓ। ਇਮਾਨਦਾਰੀ ਵੇਖੋ, 100 ਰੁਪਈਆ ਲੈ ਕੇ ਇਹਨੇ ਵੀ ਜਾ ਕੇ ਕੁਝ ਪਹਿਲਾਂ ਖਰੀਦ ਲਵਾਂ ਤੇ ਛਕਾਂ। ਆਖਿਆ ਜਿਹੜੇ ਮਾਲਕ ਨੇ ਪਹਿਲਾਂ ਉਹਨਾਂ ਤਾਂ ਹੀ ਲੈ ਕੇ ਜਾਵਾਂ। ਇਹ ਹੈ ਭਾਈ ਮਰਦਾਨੇ ਦੀ ਬੰਦਗੀ, ਇਹ ਉਹਨਾਂ ਦੀ ਭਗਤੀ। ਨਮਸਕਾਰ ਹੈ ਭਾਈ ਸਾਹਿਬ ਭਾਈ ਮਰਦਾਨਾ ਜੀ ਦੀ ਇਸ ਮਹਾਨ ਤਪੱਸਿਆ ਤੇ ਬੰਦਗੀ ਨੂੰ ਨਮਸਕਾਰ ਹੈ। ਇਹ ਤਾਂ ਖੇਡ ਹੈ ਮੇਰੇ ਸਤਿਗੁਰਾਂ ਦੀ। ਮੈਂ ਅਕਸਰ ਬੇਨਤੀ ਕਰਦਾ ਹਾਂ ਕਿ ਭਾਈ ਮਰਦਾਨਾ ਜੀ ਉਸ ਤੁਰਿਆ ਪਦ ਦੀ ਅਵਸਥਾ 'ਚ ਖੇਡਦੇ ਨੇ ਜਿੱਥੇ ਜਗਤ ਗੁਰੂ ਨਾਨਕ ਸਾਹਿਬ ਤਾਰੀਆਂ ਲਾਉਂਦੇ ਹੈ। ਕੋਈ ਛੋਟੀ ਅਵਸਥਾ ਨਹੀਂ ਹੈ, ਪਰ ਇਹ ਸਤਿਗੁਰੂ ਜੀ ਦੀ ਕਲਾ ਹੈ। ਉਹਨਾਂ ਜੀਵਾਂ ਦਾ ਉਧਾਰ ਕਰਨਾ, ਤਾਂ ਇਹ ਖੇਡ ਵਰਤਾਉਂਦੇ ਹੈ। ਭਾਈ ਮਰਦਾਨਾ ਜੀ ਨੇ 100 ਰੁਪਈਆ ਲਿਆ ਤੇ ਵਾਪਸ ਆ ਗਏ। ਭਿਖ ਕਰ ਸ਼੍ਰੀ ਗੁਰ ਬਚਨ ਬਖਾਨਾ। ਵੇਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ, ਕਿਤ ਕਮੋਲ ਆਨਿਓ ਮਰਦਾਨਾ। ਰਾਜ ਕਹਿੰਦੇ, ਮਰਦਾਨਿਆ ਕਿੰਨਾ ਮੁੱਲ ਲਿਆਇਆ ਵੱਟ ਕੇ ਲਾਲ ਦਾ। ਨਿਕਟ ਬੈਠ ਬਿਰਤੰਤ ਸੁਨਾਵਾ। ਸਤਿਗੁਰਾਂ ਦੇ ਕੋਲ ਬਹਿ ਕੇ ਭਾਈ ਮਰਦਾਨਾ ਜੀ ਬੋਲੇ, ਵੱਡੋ ਸ਼ਾਹ ਜੈ ਭਲੋ ਸੁਭਾਵਾ। ਮਹਾਰਾਜ ਬੜਾ ਵੱਡਾ ਸ਼ਾਹੂਕਾਰ ਸੀ, ਸਾਲਸਰਾਏ ਬੜਾ ਚੰਗਾ ਸੁਭਾਅ ਸੀ ਉਹਦਾ। ਸੈਸ ਕਾਰ ਖਿਕ ਦਏ ਦਿਖਾ।
ਪਾਈ। ਕਹਿੰਦਾ ਵੀ ਇਹਨੂੰ ਤਾਂ ਵੇਖਣ ਦੇ ਹੀ 1000 ਰੁਪਏ ਨੇ ਭੇਟਾ ਕਰਨ ਦੇ, ਪੂਜਨ ਮੂਲ ਅਯੋ ਤੁਮ ਤਾਈ। ਤੇ ਮੈਂ ਤਾਂ ਮਹਾਰਾਜ ਜੀ ਤੁਹਾਨੂੰ ਪੁੱਛਣ ਆਇਆ ਵੀ ਤੁਸੀਂ ਦੱਸੋ ਵੀ ਕਿ ਕੋਈ ਮੁੱਲ ਤੁਸੀਂ ਵੀ ਨਿਰਧਾਰਤ ਕੀਤਾ ਵੀ ਕਿੰਨੇ ਮੁੱਲ ਦਾ ਇਹ ਆਪਾਂ ਵੇਚਣਾ। ਜਿਤਨੋ ਲੈਨੋ ਦਿਓ ਸੁਨਾਈ। ਮਹਾਰਾਜ ਤੁਸੀਂ ਦੱਸ ਦਿਓ ਜਿੰਨਾ ਮੁੱਲ ਉਸ ਲਾਲ ਦਾ ਲੈਣਾ ਆਪਾਂ ਲੈ ਲਈਏ। ਤਿਤਨੋ ਆਨੋ ਬਿਲਮ ਨਕਾਈ। ਬਿਨਾਂ ਦੇਰੀ ਤੋਂ ਮੈਂ ਓਨਾ ਹੀ ਮੁੱਲ ਲੈ ਆਵਾਂਗਾ। ਸ਼੍ਰੀ ਗੁਰ ਕਹੇ ਜਾਓ ਟਿਗ ਸ਼ਾਹੂ। ਮਹਾਰਾਜ ਜੀ ਕਹਿੰਦੇ ਮਰਦਾਨਾ ਏਦਾਂ ਕਰ ਵੀ ਵਾਪਸ ਜਾ ਸ਼ਾਹੂਕਾਰ ਕੋਲ। ਕਸ ਤਨ ਦੀਨੋ ਬੂਝੋ ਤਾਓ। ਉਹਨੂੰ ਪੁੱਛੋ ਵੀ ਆ ਜਿਹੜਾ 100 ਰੁਪਇਆ ਦਿੱਤਾ ਵੀ ਇਹ ਕਾਹਦੇ ਵਾਸਤੇ ਦਿੱਤਾ ਹੈ। ਦੋਹਰਾ ਪੁਨ ਪੁਰ ਬੂਝਿਓ ਆਨ ਕੈ ਕੈਸੇ ਦੀਨੇ ਦਾਮ। ਭਾਈ ਮਰਦਾਨਾ ਜੀ ਤੀਜੀ ਵਾਰ ਫੇਰ ਆਏ। ਸਾਲਸਰਾਏ ਨੂੰ ਆ ਕੇ ਪੁੱਛਿਆ ਵੀ ਜੇ ਅਸੀਂ ਮੁੱਲ ਲੈਣਾ ਹੀ ਨਹੀਂ ਸੀ ਹਾਲੇ, ਮੁੱਲ ਤਾਂ ਤੂੰ ਪਾਉਣਾ ਹੈ, ਵੀ ਆ 100 ਰੁਪਇਆ ਤੂੰ ਕਾਹਦਾ ਦਿੱਤਾ ਹੈ। ਸੁਨਤ ਸ਼ਾਹ ਨੇ ਤਬ ਕਾ ਮੇਜਮਾਨੀ ਏਓ ਨਾਮ। ਸੁਣ ਕੇ ਸ਼ਾਹੂਕਾਰ ਅੱਗੋਂ ਬੋਲਿਆ ਸਾਲਸਰਾਏ, ਕਹਿੰਦਾ ਜੀ ਇਹ 100 ਰੁਪਇਆ ਮੈਂ ਪ੍ਰਾਹੁਣਾਚਾਰੀ ਵਜੋਂ ਦਿੱਤਾ ਵੀ ਇੰਨਾ ਕੀਮਤੀ ਲਾਲ ਜਿਹਨੇ ਲਿਆਉਂਦਾ ਉਹਦੀ ਪ੍ਰਾਹੁਣਾਚਾਰੀ ਵਾਸਤੇ 100 ਰੁਪਇਆ ਹਾਜ਼ਰ ਕੀਤਾ। ਇਹ ਕੇਵਲ ਦਰਸ਼ਨੀ ਭੇਟਾ ਹੈ। ਚੋਪਈ ਐਸੇ ਲਿਖਿਓ ਲਾਲ ਪਰ ਤੇਈ। ਉਹ ਕਹਿੰਦਾ ਸਾਲਸਰਾਏ ਵੀ ਇਹਦੇ ਉੱਤੇ ਲਿਖਿਆ ਵੀ ਹੋਇਆ ਏਦਾਂ ਵੀ ਜਿਹੜਾ ਲੈ ਕੇ ਆਵੇ ਉਹਨੂੰ 100 ਰੁਪਇਆ ਭੇਟ ਕਰਨਾ। ਸੈਸ ਰਜਤ ਪਨ ਦੇਖੇ ਦੇਈ। 1000 ਰੁਪਇਆ ਤਾਂ ਦਰਸ਼ਨੀ ਭੇਟਾ ਹੀ ਲਿਖੀ ਹੋਈ ਹੈ। ਕੀਮਤ ਔਰ ਕਹੇ ਸੋ ਦੇਉ। ਤੁਸੀਂ ਹੋਰ ਜਿਹੜੀ ਕੀਮਤ ਕਹੋਗੇ ਉਹ ਇਹਦੇ ਤੋਂ ਮੈਂ ਇਲਾਵਾ ਵੱਖਰੀ ਵੀ ਦੇਵਾਂਗਾ। ਲਾਲ ਮੋਲ ਤੁਮ ਦੇ ਕਰ ਲਿਓ। ਇਹ ਲਾਲ ਮੈਂ ਤੁਹਾਨੂੰ ਮੁੱਲ ਦੇ ਕੇ ਤਾਂ ਲਵਾਂਗਾ। ਸੁਨ ਕਰ ਪੁਨਿਆਵਾ ਮਰਦਾਨਾ। ਸੁਣ ਕੇ ਭਾਈ ਮਰਦਾਨਾ ਜੀ ਫਿਰ ਵਾਪਸ ਆਏ। ਸ਼ਾਹ ਬਚਨ ਗੁਰ ਪਾਸ ਬਖਾਨਾ। ਜੋ ਸਾਲਸਰਾਏ ਨੇ ਕਿਹਾ ਆ ਕੇ ਸਤਿਗੁਰੂ ਜੀ ਨੂੰ ਦੱਸਿਆ। ਏਉ ਤਨ ਦੀਨੋ ਤਿੰਨ ਮੇਜਮਾਨੀ। ਕਹਿਣ ਲੱਗੇ ਮਹਾਰਾਜ ਜੀ ਇਹ ਜਿਹੜਾ ਧਨ ਹੈ ਇਹ ਤਾਂ ਉਹਨੇ ਕੇਵਲ ਪ੍ਰਾਹੁਣਾਚਾਰੀ ਦਾ ਦਿੱਤਾ 100 ਰੁਪਇਆ। ਕੀਮਤ ਅਵਰ ਦੇਨ ਨਿਜਮਾਨੀ। ਉਹ ਕਹਿੰਦਾ ਕੀਮਤ ਹਾਲੇ ਮੈਂ ਹੋਰ ਦਿਆਂਗਾ ਜਿੰਨੀ ਤੁਸੀਂ ਕਹੋਗੇ, ਤਾਂ ਕੇਵਲ ਇਹ ਸਮਝ ਲਓ ਵੀ ਦਰਸ਼ਨੀ ਭੇਟ ਹੈ, ਇਹ ਪ੍ਰਾਹੁਣਾਚਾਰੀ ਹੈ। ਗੁਰੂ ਕਹੇ ਵੇਚੋ ਕਹਿ ਨਾਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਹਿਣ ਲੱਗੇ ਮਰਦਾਨਿਆਂ ਕਿ ਵੇਚੋ ਕਹਿ ਨਾਹੀ, ਵੀ ਆਪਾਂ ਇਹਨੂੰ ਵੇਚੀਏ ਜਾਂ ਨਾ ਵੇਚੀਏ। ਲਾਲ ਬੇਕੀਮਤ ਲੱਖ ਮਨ ਮਾਈ। ਇਹ ਲਾਲ ਬੜਾ ਬੇਕੀਮਤ ਹੈ ਮਰਦਾਨਿਆਂ, ਇਹਦੀ ਤਾਂ ਕੀਮਤ ਹੀ ਕੋਈ ਨਹੀਂ ਲਾਲ ਦੀ। ਇਹ ਦੱਸ ਭਲਾ ਵੀ ਆਪਾਂ ਇਹਨੂੰ ਵੇਚੀਏ ਕਿ ਨਾ ਵੇਚੀਏ। ਕਿਆ ਜਾਨੋ ਮੈਂ ਕਹਿ ਮਰਦਾਨਾ। ਜਦੋਂ ਸਤਿਗੁਰਾਂ ਨੇ ਪੁੱਛਿਆ ਮਰਦਾਨਾ ਜੀ ਕਹਿੰਦੇ ਮਹਾਰਾਜ ਮੈਂ ਕੀ ਜਾਣਾ ਵੇਚੀਏ ਕਿ ਨਾ ਵੇਚੀਏ। ਮਹਾਰਾਜ ਮੈਨੂੰ ਕੀ ਪਤਾ ਇਹਦੇ ਬਾਰੇ ਵੀ ਇਹਨੂੰ ਵੇਚਣਾ ਜਾਂ ਨਹੀਂ ਵੇਚਣਾ। ਕਰੋ ਆਪ ਜਿਉ ਸ਼ੁਭ ਮਨ ਜਾਨਾ। ਜਿਵੇਂ ਤੁਹਾਡੇ ਮਨ ਚ ਆਵੇ ਤਿਵੇਂ ਤੁਸੀਂ ਕਰੋ। ਦੋਹਰਾ ਸ਼੍ਰੀ ਗੁਰ ਕਏ ਨਾ ਲਾਲ ਇਹ ਲਖੋ ਨਾਮ ਕਰਤਾਰ। ਮਹਾਰਾਜ ਜੀ ਕਹਿੰਦੇ ਮਰਦਾਨਿਆਂ ਇਹ ਲਾਲ ਦੁਨਿਆਵੀ ਲਾਲ ਨਹੀਂ ਜਿਹੜਾ ਤੈਨੂੰ ਦੇ ਕੇ ਭੇਜਿਆ, ਇਹ ਲਾਲ ਕਰਤਾਰ ਦਾ ਨਾਮ ਹੈ। ਸਤਿ ਸ੍ਰੀ ਅਕਾਲ। ਇਹ ਕਰਤਾਰ ਦਾ ਨਾਮ ਹੈ ਇਹ ਲਾਲ। ਉਹਦੇ ਤੇ ਹਰੀ ਦਾ ਨਾਮ ਲਿਖਿਆ ਹੋਇਆ, ਪਰਮੇਸ਼ਰ ਦਾ ਕਰਤਾਰ ਦਾ ਲਿਖਿਆ ਹੋਇਆ, ਵਾਹਿਗੁਰੂ ਅੱਖਰ ਪਦ ਉਹ ਲਿਖੇ ਹੋਏ ਨੇ। ਇਹ ਕਰਤਾਰ ਦਾ ਨਾਮ ਹੈ। ਚਾਹੋ ਰਾਖੋ ਪਾਸ ਨਿਜ ਚਾਹੋ ਕਰ ਬਿਵਹਾਰ। ਮਰਦਾਨਿਆਂ ਚਾਹੇ ਤੇਰੀ ਮਰਜ਼ੀ ਆ ਵੀ ਤੈਨੂੰ ਅਸੀਂ ਦਿੱਤਾ ਉਹ, ਤੂੰ ਆਪਣੇ ਕੋਲ ਰੱਖਣਾ ਤਾਂ ਰੱਖ ਲੈ, ਜੇ ਨਹੀਂ ਰੱਖਣਾ ਤੇ ਜੇ ਤੇਰੀ ਇੱਛਾ ਵਪਾਰ ਕਰਨ ਦੀ ਤਾਂ ਵਪਾਰ ਕਰ ਲੈ। ਮਹਾਰਾਜ ਕਹਿੰਦੇ ਉਹ ਕਰਤਾਰ ਦਾ ਨਾਮ ਹੈ, ਉਹਦੀ ਕੀਮਤ ਕੋਈ ਨਹੀਂ। ਅਸੀਂ ਤੈਨੂੰ ਦਿੱਤਾ ਮਰਦਾਨਿਆਂ, ਚਾਹੇ ਰੱਖ ਲੈ ਤੇ ਚਾਹੇ ਵਪਾਰ ਕਰ ਲੈ, ਉਹ ਹੁਣ ਤੇਰੀ ਮਰਜ਼ੀ ਹੈ। ਚੋਪਈ ਸ਼੍ਰੀ ਪ੍ਰਭ ਜੀ ਮੈਂ ਵੇਚਤ ਨਾਈ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਜੇ ਕਰਤਾਰ ਦਾ ਨਾਮ ਹੈ ਤੇ ਫਿਰ ਮੈਂ ਵੇਚ ਨਹੀਂ ਸਕਦਾ। ਜਿਹੜਾ ਕਰਤਾਰ ਦੇ ਨਾਮ ਨੂੰ ਵੇਚੇ ਉਹਦਾ ਤਾਂ ਜੀਵਨ ਹੀ ਧਰਕਾਰ ਹੈ, ਉਹਦੀ ਤਾਂ ਜ਼ਿੰਦਗੀ ਧ੍ਰਿਗ ਹੈ।
ਤ੍ਰਿਗ ਤਿਨਾ ਕਾ ਜੀਵਿਆ, ਉਹਨਾਂ ਦਾ ਤਾਂ ਜੀਵਣਾ ਹੀ ਤ੍ਰਿਗ ਹੈ। ਮਹਾਰਾਜ ਫਿਰ ਨਹੀਂ ਜੇ ਮੈਂ ਵੇਚਦਾ, ਜੋ ਸੁਖ ਦਾ ਜੁਗ ਲੋਕਨ ਮਾਈ। ਮੈਂ ਕਿਵੇਂ ਵੇਚਦੇ ਆ ਮਹਾਰਾਜ ਐਸਾ ਹਰੀ ਨਾਮ ਜਿਹੜਾ ਦੋਹਾਂ ਜਹਾਨਾਂ 'ਚ ਸੁਖ ਦੇਣ ਵਾਲਾ, ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ। ਵੇਚਤ ਨਹੀਂ ਜੇ ਮੋਰੋ ਦਾਮੋ। ਮਹਾਰਾਜ ਜੀ ਕਹਿੰਦੇ ਫਿਰ ਤਾਂ ਕਹ ਵਧੀਆ ਗੱਲ ਮਰਦਾਨਾ, ਫਿਰ ਤਾਂ ਫੈਸਲਾ ਹੋ ਗਿਆ। ਤੇ ਜੇ ਵੇਚਣਾ ਨਹੀਂ ਤੇ ਫਿਰ ਆ 100 ਰੁਪਈਆ ਫਿਰ ਹੱਥ 'ਚ ਫੜੀ ਫਿਰਦਾ, ਇਹ ਕਿਹੜੇ ਕੰਮ ਦਾ? ਕਰ ਵਾਪਸ ਕਰਕੇ ਆ। ਮਹਾਰਾਜ ਜੀ ਕਹਿੰਦੇ ਜੇ ਵੇਚਣਾ ਨਹੀਂ ਤੇ ਆ 100 ਰੁਪਈਆ ਜਿਹਨੂੰ ਲੈ ਕੇ ਖੁਸ਼ ਹੋਈ ਜਾਂਦਾ, ਇਹ ਵਾਪਸ ਕਰਕੇ ਆ। ਫਿਰ ਇਹਦੇ ਨਾਲ ਸਾਡਾ ਕੀ ਮਤਲਬ? ਲੀਜੇ ਲਾਲ ਜਾਏ ਤੈ ਤਾਮੋ। ਜਾ ਕੇ ਆਪਣਾ ਲਾਲ ਵਾਪਸ ਲੈ ਲੈ। ਸੁਨ ਕੇ ਪੁਨਪੁਰ ਫੇਰਨ ਗਇਓ। ਸੁਣ ਕੇ ਭਾਈ ਮਰਦਾਨਾ ਜੀ ਫਿਰ ਗਏ ਨਗਰ ਵਿੱਚ ਚੌਥੀ ਵੇਰੀ। ਸਭਈ ਦਰਬ ਸ਼ਾਹ ਕੋ ਦਇਓ। ਜਾ ਕੇ 100 ਰੁਪਈਆ ਸਾਲਸਰਾਏ ਕੋਲ ਰੱਖ ਦਿੱਤਾ। ਲਾਲ ਹਮਾਰਾ ਫੇਰੋ ਸੋ। ਕਹਿੰਦਾ ਸਾਲਸਰਾਏ ਜੀ ਕਿਰਪਾ ਕਰੋ, ਜਿਹੜਾ ਉਹ ਲਾਲ ਹੈ ਸਾਡਾ ਮੋੜ ਦਿਓ। ਵੇਚਤ ਨੇ ਇਹ ਖਾਵੰਦ ਜੋ। ਇਸ ਲਾਲ ਦਾ ਜਿਹੜਾ ਖਾਵੰਦ ਮਾਲਕ ਹੈ ਉਹ ਵੇਚਦਾ ਨਹੀਂ ਇਹਨੂੰ। ਉਹ ਕਹਿੰਦਾ ਅਸੀਂ ਨਹੀਂ ਜੇ ਵੇਚਣਾ, ਇਹ ਬੇਕੀਮਤੀ ਲਾਲ ਹੈ। ਕਹਿਤ ਸ਼ਾਹ ਸਭ ਧਨ ਪੀ ਲੀਜੈ। ਸ਼ਾਹ ਨੇ ਲਾਲ ਵੀ ਕਹਿਣ ਲੱਗਾ ਮਰਦਾਨਾ ਜੀ ਇਹ ਪੈਸੇ ਤੁਸੀਂ ਰੱਖੋ। ਲਾਲ ਲਿਓ ਜਿਉ ਮਨ ਤਿਉ ਕੀਜੈ। ਲਾਲ ਵੀ ਲੈ ਜਾਓ, ਜਿਵੇਂ ਤੁਹਾਡਾ ਮਨ ਹੈ ਤਿਵੇਂ ਕਰੋ। ਦੋਨੋਂ ਵਸਤ ਲਿਏ ਹਰ ਖਾਵਾ। ਕਹਿੰਦਾ ਇਹ 100 ਰੁਪਈਆ ਵੀ ਤੁਹਾਡਾ ਤੇ ਲਾਲ ਵੀ ਤੁਹਾਡਾ। ਭਾਈ ਮਰਦਾਨਾ ਜੀ ਬੜੇ ਖੁਸ਼ ਹੋਏ ਵੀ ਇਹ ਤਾਂ ਕੰਮ ਵਧੀਆ ਹੋ ਗਿਆ, ਨਾਮ ਵੇਚਣਾ ਵੀ ਨਹੀਂ ਪਿਆ ਕਰਤਾਰ ਦਾ ਲਾਲ, ਤੇ ਉਹ ਵੀ ਮਿਲ ਗਿਆ, 100 ਰੁਪਈਆ ਵੀ ਮਿਲ ਗਿਆ। ਬੜੇ ਖੁਸ਼ ਹੋਏ। ਨਗਰ ਵੈਰ ਮਰਦਾਨਾ ਆਵਾ। ਫਿਰ ਨਗਰ ਤੋਂ ਬਾਹਰ ਜਿੱਥੇ ਸਤਿਗੁਰੂ ਜੀ ਬੈਠੇ ਉੱਥੇ ਆ ਗਏ ਭਾਈ ਮਰਦਾਨਾ ਜੀ। ਸ਼੍ਰੀ ਪ੍ਰਭ ਜੀ ਧਨ ਪੀ ਪੁੰਨ ਲਾਲਾ। ਕਹਿਣ ਲੱਗਾ ਮਹਾਰਾਜ ਜੀ ਵੇਖੋ ਪੈਸੇ ਵੀ ਆ ਗਏ ਤੇ ਲਾਲ ਵੀ ਆ ਗਿਆ। ਮੁਝੇ ਦੀਨ ਕੈ ਬਚਨ ਰਸਾਲਾ। ਭਾਈ ਬਾਲੇ ਨੂੰ ਫੜਾ ਦਿੱਤੀਆਂ ਦੋਵੇਂ ਚੀਜ਼ਾਂ। ਜਸ ਆਇਸ ਦੇਵ ਤਸ ਅਬ ਕਰੋ। ਮਹਾਰਾਜ ਜਿਵੇਂ ਹੁਣ ਤੁਹਾਡੀ ਆਗਿਆ ਹੋਵੇ ਮੈਂ ਤਿਵੇਂ ਕਰਾਂ। ਥਕਤ ਪਇਓ ਮੈਂ ਬੋਰ ਨਾ ਫਿਰੋ। ਮਹਾਰਾਜ ਹੁਣ ਮੈਂ ਥੱਕ ਗਿਆ, ਹੁਣ ਨਹੀਂ ਮੇਰੇ ਕੋਲੋਂ ਫਿਰ ਹੁੰਦਾ, ਹੁਣ ਤੁਸੀਂ ਜੋ ਆਗਿਆ ਕਰੋ। ਆ ਲਾਲ ਵੀ ਆ ਗਿਆ, 100 ਰੁਪਈਆ ਵੀ ਆ ਗਿਆ। ਸ਼੍ਰੀ ਗੁਰ ਕਹੇ ਲਾਲ ਨਿਜ ਲੀਜੈ। ਮਹਾਰਾਜ ਜੀ ਕਹਿੰਦੇ ਮਰਦਾਨਿਆ ਇਹ ਲਾਲ ਤੁਹਾਡਾ ਹੈ ਨਾ, ਇਹ ਲੈ ਲਵੋ। ਧਨ ਜੈ ਕੋ ਤਿਸਈ ਕੋ ਦੀਜੈ। ਪਰ ਇਹ ਪੈਸਿਆਂ ਤੇ ਹੱਕ ਨਹੀਂ ਜੇ ਤੁਹਾਡਾ, ਇਹ ਜਿਹਦੇ ਹੈਣ ਉਹਨੂੰ ਵਾਪਸ ਕਰ ਦਿਓ। ਲਾਲ ਆਪਣਾ ਰੱਖ ਲਓ, ਵੇਚਣਾ ਆਪਾਂ ਹੈ ਨਹੀਂ। 100 ਰੁਪਈਆ ਜਿਹਦਾ ਹੈ ਉਹਨੂੰ ਵਾਪਸ ਕਰ ਦਿਓ। ਵੇਚੇ ਲਾਲ ਲੈ ਧਨ ਸੇਈ। ਕਿਉਂਕਿ ਜੇ ਲਾਲ ਵੇਚਣਾ ਹੁੰਦਾ ਤੇ ਫਿਰ ਆਪਾਂ ਧਨ ਰੱਖਦੇ ਚੰਗੇ ਸੀ। ਜੇ ਆਪਾਂ ਲਾਲ ਵੇਚਣਾ ਹੀ ਨਹੀਂ ਤੇ ਫਿਰ ਇਹ ਪੈਸੇ ਰੱਖਦੇ ਵੀ ਨਹੀਂ ਚੰਗੇ ਲੱਗਦੇ। ਮੈਂ ਵੇਚੇ ਤੇ ਕੈਸੇ ਲਈ। ਜੇ ਆਪਾਂ ਨਹੀਂ ਵੇਚਣਾ ਤੇ ਫਿਰ ਇਹ 100 ਰੁਪਈਏ ਤੇ ਆਪਣਾ ਕੋਈ ਹੱਕ ਨਹੀਂ। ਮਰਦਾਨਿਆ ਇਹ ਵਾਪਸ ਕਰ ਦੇ। ਉਨ ਮਰਦਾਨਾ ਲੈ ਕਰ ਗਇਓ। ਸੁਣ ਕੇ ਭਾਈ ਮਰਦਾਨਾ ਜੀ ਫਿਰ ਗਏ 100 ਰੁਪਈਆ ਲੈ ਕੇ। ਸ਼ਾਹ ਨ ਲੇਤ ਕੈਤ ਬਚ ਪਇਓ। ਪੰਜਵਾਂ ਗੇੜਾ ਸੀ ਭਾਈ ਮਰਦਾਨੇ ਦਾ। ਕਹਿੰਦਾ ਭਾਈ ਸਾਹਿਬ ਸਾਲਸਰਾਏ ਜੀ ਮੇਰਾ ਮਾਲਕ ਆ ਤੁਹਾਡੇ ਪੈਸੇ ਨਹੀਂ ਰੱਖਦਾ। ਉਹ ਕਹਿੰਦੇ ਐ ਵੀ ਜੇ ਅਸੀਂ ਲਾਲ ਨਹੀਂ ਵੇਚਣਾ ਤੇ ਪੈਸੇ ਵੀ ਨਹੀਂ ਰੱਖਣੇ। ਆ ਜੀ ਤੁਸੀਂ ਆਪਣੇ ਪੈਸੇ ਲੈ ਲਓ। ਸਾਲਸਰਾਏ ਕਹਿੰਦਾ ਮੈਂ ਨਹੀਂ ਲੈਂਦਾ। ਲਿਖਾ ਲਾਲ ਪਰ ਸੋ ਹਮ ਦੀਨੋ। ਉਹ ਕਹਿੰਦਾ ਲਾਲ ਤੇ ਲਿਖਿਆ ਹੋਇਆ ਸੀ, ਮੈਂ ਤਾਂ ਉਹੀ ਦਿੱਤੇ ਹਨ। ਧਰਮ ਆਪਣਾ ਰਾਖਨ ਕੀਨੋ। ਮੈਂ ਤਾਂ ਆਪਣਾ ਧਰਮ ਨਿਭਾਇਆ ਵੀ ਉਹਦੇ ਤੇ ਲਿਖਿਆ ਹੋਇਆ ਸੀ, ਉਹ ਲਿਖੇ ਹੋਏ ਦੀ ਪਾਲਣਾ ਕੀਤੀ ਆ। ਮੈਂ ਇਹ 100 ਰੁਪਈਆ ਦੇ ਕੇ ਵਾਪਸ ਨਹੀਂ ਜੇ ਲੈਣਾ। ਦਿੱਤੇ ਹੋਏ ਦਾਨ ਦੇ ਉੱਤੇ ਵਾਪਸੀ ਦਾ ਹੱਕ ਨਹੀਂ ਮੈਂ ਰੱਖ ਸਕਦਾ। ਇਹ ਧਰਮ ਨਹੀਂ ਹੈ ਕਿ ਜਿਹੜੀ ਚੀਜ਼ ਇੱਕ ਵਾਰੀ ਦਾਨ ਕਰ ਦਿੱਤੀ ਆ ਉਹਨੂੰ ਵਾਪਸ ਮੁੜ ਕੇ ਆਪਣੇ ਹੱਕ ਦੇ ਨਾਲ ਖੋਹ ਲੈਣਾ। ਮੈਂ ਨਹੀਂ ਐਸਾ ਕਰ ਸਕਦਾ। ਲੈ ਹੋ ਹਟਾਏ ਧਰਮ ਮਮ ਜਾਈ। ਜੇ ਮੈਂ ਇਹ ਵਾਪਸ ਲੈਣਾ ਤੇ ਮੇਰਾ ਧਰਮ ਜਾਂਦਾ, ਜੇ ਮੈਂ ਵਾਪਸ ਲੈ ਲਵਾਂ ਤੇ ਮੇਰਾ ਧਰਮ ਨਸ਼ਟ ਹੋਵੇਗਾ। ਐਸੀ ਬਾਤ ਨ ਕਰੋ ਕਦਾਈ। ਮੈਂ ਇਹੋ ਜਿਹਾ ਕੰਮ ਨਹੀਂ ਕਦੇ ਕਰਾਂਗਾ। ਦਰਬ ਤੁਮਾਰੋ ਕਰੋ ਜੋ ਪਾਵਾ। 100 ਰੁਪਈਆ ਤੁਹਾਡਾ, ਜੋ ਤੁਹਾਡਾ ਮਨ ਕਰੇ ਇਹਦੇ ਨਾਲ ਕਰੋ। ਸੁਨ ਕਰ ਮਰਦਾਨਾ ਪੁਨਿਆਵਾ। ਸੁਣ ਕੇ ਭਾਈ ਮਰਦਾਨਾ ਜੀ ਫਿਰ ਵਾਪਸ ਆ ਗਏ। ਦੋਹਰਾ ਸ਼੍ਰੀ ਨਾਨਕ ਰਾਖੇ ਨਹੀਂ ਲਏ ਨ ਜੋਰੀ ਸੋਏ। ਸਤਿਗੁਰੂ ਜੀ
ਕੋਲ ਵਾਪਸ ਆਏ ਭਾਈ ਮਰਦਾਨਾ ਜੀ। ਮਹਾਰਾਜ ਜੀ ਕਹਿੰਦੇ ਮਰਦਾਨਿਆਂ ਤੂੰ ਫੇਰ ਲੈ ਆ, ਜਾ ਵਾਪਸ ਕਰਕੇ ਆ, ਅਸੀਂ ਨਹੀਂ ਕਿਸੇ ਦਾ ਹੱਕ ਰੱਖਣਾ। ਭਾਈ ਮਰਦਾਨਾ ਜੀ ਫਿਰ ਗਏ, ਜਾ ਕੇ ਆਖਿਆ ਸਾਲਸਰਾਏ ਜੀ ਆ 100 ਰੁਪਈਆ ਲੈ ਲਓ। ਮਹਾਰਾਜ ਜੀ ਮਿੰਨਤ ਵਾਲੀ ਗੱਲ ਹੈ, ਤਰਲਾ ਕਰਦਾ ਤੁਹਾਨੂੰ, ਆਪਣੇ ਪੈਸੇ ਲੈ ਲਓ ਵਾਪਸ। ਉਹ ਕਹਿੰਦੇ ਮੇਰਾ ਧਰਮ ਭ੍ਰਸ਼ਟ ਹੁੰਦਾ, ਨਾ ਸਾਲਸਰਾਏ ਰੱਖਦਾ ਤੇ ਨਾ ਸਤਿਗੁਰੂ ਜੀ ਰੱਖਦੇ ਹਨ। ਸਪਤਵਾਰ ਫਿਰ ਪੁਨੇ ਪੁਨ ਸ਼ਰਮ ਸਿਉ ਵਿਆਕੁਲ ਹੋਏ। 7 ਗੇੜੇ ਭਾਈ ਮਰਦਾਨੇ ਦੇ ਲੱਗ ਗਏ ਬਾਰ-ਬਾਰ, ਸਰੀਰ ਥੱਕ ਗਿਆ, ਭੁੱਖ ਦੇ। ਜਿਹੜੇ ਪਿੱਛੇ 3 ਕੋ ਪਹਿਲਾਂ ਹੀ ਕਹਿ ਰਹੇ ਸੀ ਮਹਾਰਾਜ ਮੇਰੇ ਕੋਲੋਂ ਟੁਰ ਨਹੀਂ ਹੁੰਦਾ, ਕਈ ਕੋ ਤਾਂ ਇੱਥੇ ਹੀ ਟੁਰ ਲਿਆ। 7 ਗੇੜੇ ਲਾਏ। ਸੁਨਿਆਰ ਟੋਲੀ ਗੁਰੂ ਘਰ ਤੋਂ ਪਟਨਾ ਸਾਹਿਬ ਕਾਫੀ ਪੈਂਡਾ ਪੈ ਜਾਂਦਾ ਤਖਤ ਸਾਹਿਬ ਤੱਕ ਦਾ। ਤੋ ਤਖਤ ਸਾਹਿਬ ਤੱਕ ਦੀ ਯਾਤਰਾ ਉਹ ਕਿੰਨੀ ਵੇਰੀ ਹੋ ਗਈ? 7 ਵੇਰੀ। ਤੇ ਭਾਈ ਮਰਦਾਨਾ ਜੀ ਵੀ ਹੁਣ ਸ਼ਰਮ ਨਾਲ ਵਿਆਕੁਲ ਹੋ ਗਏ। ਜੋ ਭਾਈ ਇੱਕ ਚੁਦਾ ਦੂਜੇ ਸ਼ਰਮ ਪਾਰਾ। ਇੱਕ ਭੁੱਖ ਲੱਗੀ ਹੋਈ ਤੇ ਦੂਜਾ ਥਕੇਵਾਂ। ਖਿਜਿਓ ਰਿਦੇ ਤਨ ਤੈ ਗ੍ਰਹਿ ਡਾਰਾ। 7ਵੀਂ ਵਾਰ ਜਦੋਂ ਗਏ ਨਾ ਭਾਈ ਮਰਦਾਨਾ ਜੀ ਪੂਰੇ ਖਿਜ ਗਏ। ਜਾ ਕੇ ਸਾਲਸਰਾਏ ਨੂੰ ਆਖਿਆ ਮਹਾਰਾਜ ਇਹ ਪੈਸੇ ਲੈ ਲਓ। ਉਹ ਕਹਿੰਦਾ ਮੈਂ ਨਹੀਂ ਲੈਂਦਾ। ਅਖੀਰ ਭਾਈ ਮਰਦਾਨੇ ਨੇ ਵਗਾ ਕੇ ਜਿਹੜੀ ਉਹ ਥੈਲੀ ਸੀ 100 ਰੁਪਏ ਦੀ ਅੱਗੇ ਸੁੱਟੀ, ਆਹ ਸਾਂਭ ਆਪਣਾ, ਮੈਂ ਨਹੀਂ ਜੇ ਲੈ ਕੇ ਜਾਣਾ। ਆਹ 100 ਰੁਪਈਆ ਤੇਰਾ, ਇਹਨੇ ਵਕਤ ਪਾਇਆ ਹੋਇਆ ਮੈਨੂੰ, ਨਾ ਮੇਰਾ ਮਾਲਕ ਲੈਂਦਾ ਨਾ ਤੂੰ ਲੈਣਾ, ਮੈਂ ਕਿੱਧਰ ਜਾਵਾਂ। ਉਹ ਵਗਾ ਕੇ ਉੱਥੇ 100 ਰੁਪਈਆ ਭਾਈ ਮਰਦਾਨੇ ਨੇ ਸੁੱਟ ਦਿੱਤਾ। ਸ਼ਾਹ ਤਬੇ ਮਨ ਮਾਏ ਵਿਚਾਰਾ। ਸੁੱਟ ਕੇ ਨਾ ਭਾਈ ਮਰਦਾਨਾ ਜੀ ਵਾਪਸ ਪਿੱਛੇ ਚੱਲ ਪਏ। ਉਹ ਆਵਾਜ਼ਾਂ ਮਾਰਦਾ ਰਿਹਾ, ਕਹਿੰਦਾ ਆਪਣਾ ਸਾਂਭ, ਮੈਂ ਨਹੀਂ ਜਾ ਕੇ ਜੇ ਗੱਲ ਕਰਨੀ ਆ ਮੇਰੇ ਮਾਲਕ ਨਾਲ ਆਪ ਕਰ ਲੈ। ਭਾਈ ਸਾਹਿਬ ਭਾਈ ਮਰਦਾਨਾ ਜੀ ਉੱਥੋਂ ਵਾਪਸ ਟੁਰ ਗਏ। ਸਾਲਸਰਾਏ ਹੈਰਾਨੀ ਨਾਲ ਵਿਚਾਰ ਕਰਦਾ, ਸੋਚਦਾ, ਵੇਖੋ ਮੇਰੇ ਸਾਹਿਬ ਦੀ ਜੁਗਤ ਕਿਵੇਂ ਪ੍ਰੇਰਦੇ ਨੇ ਸਾਲਸਰਾਏ ਦੇ ਮਨ ਨੂੰ ਵੀ ਆਪਣੇ ਕੋਲ। ਉਹਨੂੰ ਇਹ ਨਹੀਂ ਆਖਿਆ ਵੀ ਆ ਜਾ ਤੈਨੂੰ ਸਤਿਗੁਰੂ ਜੀ ਬੁਲਾਉਂਦੇ, ਮਰਦਾਨੇ ਨੇ ਇਹ ਵੀ ਨਹੀਂ ਆਖਿਆ ਨਾ। ਪਹਿਲੇ ਗੇੜੇ 'ਚ ਸਤਿਗੁਰੂ ਜੀ ਕਹਿ ਸਕਦੇ ਸੀ ਸਾਲਸਰਾਏ ਨੂੰ ਬੁਲਾ ਲੈ, ਪਰ ਗੁਰਦੇਵ ਨੇ ਪਾਤਸ਼ਾਹ ਦਾ ਤਰੀਕਾ ਇਹੋ ਜਿਹਾ ਕਮਾਲ ਦਾ ਸੀ ਨਾ ਵੀ ਜਿਹਨੂੰ ਇੱਕ ਵਾਰੀ ਮਨ ਪ੍ਰੇਰ ਕੇ ਸਮਝਾਉਂਦੇ ਉਹਨੂੰ ਆਤਮ ਗਿਆਨ ਦੀ ਸੋਝੀ ਪ੍ਰਦਾਨ ਕਰ ਦਿੰਦੇ। ਸਾਲਸਰਾਏ ਦੇ ਅੰਦਰੋਂ ਆਵਾਜ਼ ਆਈ, ਆਪਣੇ ਆਪ ਸੋਚਦਾ ਹੈ, ਬੋਰੋ ਲਾਲ ਜਿਨੇ ਕੇ ਪਾਸੂ। ਕੌਣ ਹੋ ਸਕਦਾ ਇਹੋ ਜਿਹਾ ਮਹਾਪੁਰਸ਼ ਤਿਆਗੀ? ਸੋਚਦਾ ਇਹੋ ਜਿਹੇ ਸਮੇਂ 'ਚ 100 ਰੁਪਈਆ ਫਿਰ ਉਹਨਾਂ ਦਿਨਾਂ 'ਚ ਉਹ ਵੀ ਫ੍ਰੀ 'ਚ ਮਿਲਦਾ, ਕੁਝ ਨਹੀਂ ਸੀ ਦੇਣਾ ਤੇ ਨਹੀਂ ਲੈਂਦੇ। 7 ਗੇੜੇ ਹੋ ਗਏ ਨੇ। ਬੜਾ ਹੈਰਾਨ, ਸੋਚਦਾ ਵਿਚਾਰਦਾ ਹੈ। ਨੈ ਸੋ ਨੈ ਲੇਵਤ ਹੈ ਤਨ ਰਾਸੂ। ਕੀਮਤੀ ਲਾਲ ਹੈ ਉਹਨਾਂ ਦੇ ਪਾਸ, ਫਿਰ ਉਹ ਇਹ ਧਨ ਨਹੀਂ ਲੈਂਦੇ। ਤਿੰਨ ਕੋ ਦਰਸ਼ਨ ਚਾਹੀਏ ਕਰਨੋ। ਸੋਚਦਾ ਉਹ ਮਨਾ ਘਰ ਬੈਠਾ ਕੀ ਕਰਦਾ। ਇਹੋ ਜਿਹੇ ਮਹਾਨ ਪੁਰਸ਼ ਆਏ ਨੇ, ਚਲੋ ਮਨਾ ਚੱਲ ਕੇ ਉਹਨਾਂ ਦੇ ਦਰਸ਼ਨ ਕਰੀਏ। ਸਾਲਸਰਾਏ ਦੇ ਅੰਦਰੋਂ ਹੀ ਫੁਰਨਾ ਹੋਇਆ, ਚਲੋ ਮਨਾ ਚੱਲ ਕੇ ਦਰਸ਼ਨ ਕਰੀਏ। ਇਹਨੂੰ ਕਹਿੰਦੇ ਆ ਦਰਸ਼ਨਾਂ ਦੀ ਭਾਵਨਾ ਹਿਰਦੇ 'ਚ ਸਪੁਰਤ ਹੋਣੀ। ਹਾਂਜੀ, ਹੈ ਸ਼ੁਭ ਕੀਨ ਲੋਭ ਜਿਨ ਹਰਨੋ। ਜਿਨ੍ਹਾਂ ਨੇ ਆਪਣੇ ਮਨ ਦਾ ਲੋਭ ਤਿਆਗ ਦਿੱਤਾ ਹੋਇਆ ਉਹਨਾਂ ਦੇ ਚੱਲ ਕੇ ਦਰਸ਼ਨ ਕਰੀਏ। ਅਸ ਕੈ ਲੀਨੋ ਮధుਰ ਆਹਾਰਾ। ਇਦਾਂ ਕਹਿ ਕੇ ਭਾਈ ਸਾਲਸਰਾਏ ਨੇ ਕੁਝ ਮਿੱਠੇ ਪਕਵਾਨ ਲਏ। ਜਾਗੇ ਜੈ ਕੇ ਭਾਗੇ ਅਪਾਰਾ। ਜਿਹਦੇ ਭਾਗ ਜਾਗੇ ਨੇ, ਕੋਈ ਪੂਰਵਲੇ ਜਨਮਾਂ ਦੇ ਕਰਮ ਜਾਗੇ ਨੇ, ਸਾਲਸਰਾਏ ਦੀ ਬੰਦਗੀ ਦਾ ਫਲ ਮਿਲਣ ਲੱਗਾ। ਕਈ ਜਨਮਾਂ ਦੀ ਤਪੱਸਿਆ ਦਾ ਫਲ ਅੱਜ ਭਾਈ ਸਾਲਸਰਾਏ ਨੂੰ ਪ੍ਰਾਪਤ ਹੋਣ ਲੱਗਾ। ਉਹ ਭਾਗ ਜਾਗੇ ਨੇ ਸਾਲਸਰਾਏ ਦੇ। ਕਿੱਡੇ ਆਹੋ ਭਾਗ ਹੋਣਗੇ ਭਾਈ ਸਾਲਸਰਾਏ ਦੇ ਕਿ ਗੁਰੂ ਬਾਬੇ ਨੇ ਬਚਨ ਕਹੇ, ਆਖਿਆ ਸਾਲਸਰਾਏ ਆਵਾਂਗੇ ਤੇਰੇ ਪਰਿਵਾਰ ਵਿੱਚ, ਤੇਰੇ ਘਰ ਵਿੱਚ 10ਵੇਂ ਜਾਮੇ 'ਚ ਆ ਕੇ ਤੇਰੇ ਘਰ ਹੀ ਅਵਤਾਰ ਧਾਰਨ ਕਰਾਂਗੇ। ਸਤਿ ਸ੍ਰੀ ਅਕਾਲ। ਉਹ ਰਾਜਾ ਫਤਿਹ ਸ਼ਾਹ ਮੈਣੀ ਕਿੱਡਾ ਸ਼ਰਧਾਲੂ, ਜਿਹੜਾ ਸਾਲਸਰਾਏ ਦਾ ਵੰਸ਼ਜ ਹੈ, ਜਿਹੜਾ ਮਹਾਰਾਜ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਦਰਸ਼ਨ ਕਰਕੇ ਕਹਿੰਦਾ ਬਾਲਾ ਪ੍ਰੀਤਮ, ਜਿਸ ਦੀ ਰਾਣੀ ਮੈਣੀ ਰਾਣੀ ਬਸੰਬਰਾ ਦੇਵੀ, ਉਹ ਬੇਨਤੀਆਂ ਕਰਕੇ ਕਹਿੰਦੀ ਮੇਰੇ ਦਸ਼ਮੇਸ਼ ਪਿਤਾ ਬਾਲਾ ਪ੍ਰੀਤਮ ਤੁਸੀਂ ਚੱਲੇ ਜੇ ਪਟਨਾ ਸਾਹਿਬ ਛੱਡ ਕੇ, ਮੈਂ ਦਰਸ਼ਨ ਕਿਵੇਂ ਕਰਾਂਗੀ।
ਤੇ ਸਹਿਬ ਬਾਲਾ ਪ੍ਰੀਤਮ ਕਹਿੰਦੇ ਰਾਣੀ ਮੈਣੀ ਸੰਧਿਆ ਸਮੇਂ ਘੁੰਗਣੀਆਂ ਬਣਾ ਕੇ ਰੱਖੀ ਛੋਲਿਆਂ ਦੀਆਂ, ਤੇ ਜਦੋਂ ਬਾਲਕ ਖੇਡਦੇ ਆਉਣਗੇ ਨਾ ਤੇਰੇ ਪਾਸ, ਉਹਨਾਂ ਨੂੰ ਘੁੰਗਣੀਆਂ ਚਕਾਵੇਂਗੀ ਤੇ ਉਹਨਾਂ ਖੇਡਦੇ ਹੋਏ ਬਾਲਕਾਂ ਵਿੱਚੋਂ ਘੁੰਗਣੀਆਂ ਚਕਾਉਂਦਿਆਂ ਤੈਨੂੰ ਸਾਡੇ ਦਰਸ਼ਨ ਦਿਦਾਰੇ ਹੋਇਆ ਕਰਨਗੇ। ਇਹ ਸਾਲਸਰਾਏ ਦਾ ਪਰਿਵਾਰ ਸੀ ਅੱਗੇ, ਜੋ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਬਖਸ਼ਿਆ ਹੋਇਆ ਪਰਿਵਾਰ। ਇਦਾਂ ਤਾਂ ਨਹੀਂ ਸਿੱਧਾ ਸਤਿਗੁਰੂ ਜੀ 9ਵੇਂ ਪਾਤਸ਼ਾਹ ਪਟਨਾ ਸਾਹਿਬ ਚਲੇ ਗਏ ਹੋਣੇ। ਸਾਂਝ ਸੀ ਉਹਨਾਂ ਦੀ, ਜੁਗਾਂ ਜੁਗਾਂ ਦੀ, ਪੁਸ਼ਤਾਂ ਦੀ ਸਾਂਝ ਸੀ, ਕੁੱਲਾਂ ਦੀ ਸਾਂਝ ਸੀ ਕਿ ਜਾ ਕੇ ਆਪਣਾ ਪਰਿਵਾਰ ਇੱਕ ਕਿਸੇ ਦੇ ਘਰ ਜਾ ਕੇ ਟਿਕਾਣਾ ਤੇ ਆਪਣਾ ਪਰਿਵਾਰ ਉੱਥੇ ਛੱਡ ਕੇ ਆਪ ਸਤਿਗੁਰੂ ਅਸਾਮ ਚਲੇ ਜਾਂਦੇ ਆ 9ਵੇਂ ਗੁਰੂਦੇਵ। ਉਹ ਕੇਵਲ ਉਸੇ ਵੇਲੇ ਦੀ ਸਾਂਝ ਤਾਂ ਨਹੀਂ ਬਣੀ ਸੀ, ਗੁਰੂ ਨਾਨਕ ਸਾਹਿਬ ਦੇ ਵੇਲੇ ਦੀ ਸਾਂਝ ਸੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਖਸ਼ਿਸ਼ਾਂ ਕੀਤੀਆਂ ਸਨ ਤੇ 9ਵੇਂ ਪਾਤਸ਼ਾਹ ਨੇ ਉਹ ਸਾਂਝ ਜੁਗਾ ਜੁਗਾ ਤਾਈਂ ਅੱਗੇ ਵਾਸਤੇ ਵੀ ਟੱਲ ਕਰ ਦਿੱਤੀ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਦਾ ਚਾਅ ਜਾਗਿਆ ਰਸਾਲ ਸਰਾਏ ਨੂੰ, ਜਿਹਦੇ ਕੋਈ ਪੂਰਵਲੇ ਜਨਮਾਂ ਦੇ ਭਾਗ ਸਵੱਲੇ ਸਾਨੂੰ ਜਾਗ ਪਏ। ਨਿਜ ਤੇ ਪਹਿਲੇ ਦਾਸ ਪਠਾਇਆ, ਆਪਣੇ ਤੋਂ ਪਹਿਲਾਂ ਆਪਣਾ ਨੌਕਰ ਭੇਜ ਦਿੱਤਾ, ਛੇਤੀ ਜਾਓ ਦਰਕਿਆ, ਕਿਤੇ ਚਲੇ ਨਾ ਜਾਣ। ਉਹ ਫਕੀਰ ਲੋਕ ਹੁੰਦੇ ਆ, ਸਾਈਂ ਲੋਕ ਹੁੰਦੇ, ਇੱਕ ਜਗ੍ਹਾ ਤੇ ਨਹੀਂ ਰਹਿੰਦੇ, ਤੇ ਇੱਥੇ ਹੋ ਸਕਦਾ ਉਹ ਅੱਗੇ ਨਾ ਚਲੇ ਜਾਣ ਤੇ ਆਪਾਂ ਫਿਰ ਉਹਨਾਂ ਨੂੰ ਭਾਲਦੇ ਰਹੀਏ। ਦਰਸ਼ਨ ਕਰਨੇ ਚਾਹੀਦੇ ਨੇ। ਮੈਂ ਥੋੜਾ ਜਿਹਾ ਤਿਆਰੀ ਕਰ ਲਵਾਂ, ਪਕਵਾਨ ਲੈ ਲਵਾਂ ਘਰੋਂ, ਕੋਈ ਮਠਿਆਈ ਲੈ ਲਵਾਂ, ਉਹ ਮਹਾਂਪੁਰਸ਼ਾਂ ਨੂੰ ਛਕਾਵਾਂਗੇ। ਤੂੰ ਮੇਰੇ ਤੋਂ ਪਹਿਲਾਂ ਤੂੰ ਜਾ ਭੱਜ ਕੇ ਉਹਨਾਂ ਨੂੰ ਜਾ ਕੇ ਰੋਕ ਲਈ ਜੇ ਉਹ ਜਾਣਗੇ। ਜਾਣ ਨਾ ਦਿਓ ਰਖੋ ਠਹਿਰਾਇਆ, ਜਾਣ ਨਾ ਦੇਈ ਉਹਨਾਂ ਨੂੰ ਰੋਕ ਕੇ ਰੱਖੀ। ਦੋਹਰਾ ਗਮਨਿਓ ਘਰ ਤੇ ਪੇਟ ਲੈ, ਸ਼ਾਹ ਜੋ ਸਾਲਸ ਰਾਏ। ਇਹਨੇ ਆਪਣਾ ਚੇਲਾ ਜਿਹਦਾ ਨਾਮ ਅਦਰਕਾ ਸੀ, ਇਹਦੀ ਅੱਗੋਂ ਵੰਸ਼ ਵਿੱਚੋਂ ਹੋਏ ਆ ਬਾਬਾ ਘਨ ਸ਼ਿਆਮ ਜੀ ਤੇ ਗੁਲਾਬ ਰਾਏ ਜੀ। ਇੱਕ ਗੁਲਾਬ ਰਾਏ ਜੀ ਤੇ ਸ਼ਾਮ ਸਿੰਘ ਤੇ ਗੁਲਾਬ ਸਿੰਘ ਬਾਬਾ ਸੂਰਜਮਲ ਜੀ ਦੀ ਅੰਸ਼ ਵੰਸ਼ ਚੋਂ। ਇਹ ਅਦਰਕਾ ਸੀ ਜਿਹੜਾ ਸਾਲਸਰਾਏ ਜੌਹਰੀ ਦਾ ਚੇਲਾ ਨੌਕਰ, ਉਹਨੂੰ ਵੀ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤੀ ਸੀ। ਅੱਗੇ ਕਥਾ ਆਵੇਗੀ। ਉਹਦੀ ਵੰਸ਼ ਵਿੱਚੋਂ ਘਨ ਸ਼ਿਆਮ ਤੇ ਗੁਲਾਬ ਰਾਏ ਜੀ ਜਿਹੜੇ ਕਲਗੀਧਰ ਜੀ ਦੇ ਸੇਵਕ ਹੋਏ ਪਟਨਾ ਸਾਹਿਬ। ਮਹਾਰਾਜ ਜੀ ਨੇ ਅਦਰਕਾ ਭੇਜਿਆ, ਉਹ ਚਲਾ ਗਿਆ ਤੇ ਆਪ ਇਹਨੇ ਸਾਲਸਰਾਏ ਨੇ ਘਰ ਤੋਂ ਕੁਝ ਭੇਟਾ ਲਈ। ਦੂਰੋਂ ਤੇ ਦੇਖਤ ਪਇਓ ਸ਼੍ਰੀ ਗੁਰੂ ਰੂਪ ਸੁਹਾਏ। ਜਾ ਕੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ, ਦੂਰੋਂ ਹੀ ਮਹਾਰਾਜ ਜੀ ਦਾ ਸੋਹਣਾ ਰੂਪ ਵੇਖਿਆ। ਗਰੀਬ ਨਵਾਜ ਪਾਤਸ਼ਾਹ ਦੇ ਦੀਦਾਰ ਕੀਤੇ, ਉਜਵਲ ਦੀਦਾਰ, ਤੇ ਦਰਸ਼ਨ ਕਰਦਿਆਂ ਦੂਰੋਂ ਹੀ ਪ੍ਰਭਾਵਿਤ ਹੋਇਆ। ਮਹਾਰਾਜ ਜੀ ਦੇ ਚਰਨਾਂ 'ਚ ਹਾਜ਼ਰ ਹੋਇਆ। ਲਾਗੇ ਭਾਈ ਸਾਹਿਬ ਭਾਈ ਮਰਦਾਨਾ ਜੀ ਸਿਰ ਨੀਵਾਂ ਜਾ ਕਰਕੇ ਲੱਜਤ ਜੋ ਹੋਏ ਬੈਠੇ, ਭੁੱਖ ਡਾਢੀ ਲੱਗੀ ਹੋਈ ਹੈ ਔਰ ਸੋਚੀ ਜਾਂਦੇ ਹੈ ਕਿ ਸਤਿਗੁਰੂ ਜੀ ਦੀ ਪਤਾ ਨਹੀਂ ਕੀ ਲੀਲਾ ਹੈ। ਇਹ ਮੇਰੇ ਸਤਿਗੁਰਾਂ ਦੀ ਲੀਲਾ ਸਤਿਗੁਰੂ ਜੀ ਜਾਣਨ। ਗਰੀਬ ਨਵਾਜ ਸਤਿਗੁਰੂ ਜੀ ਜਿਵੇਂ ਸਾਲਸਰਾਏ ਨੂੰ ਕਿਰਤਾਰਥ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਅੰਮ੍ਰਿਤ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਤੇ ਸਮਤ ਪ੍ਰਦਾਨ ਕਰਨ। ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਸਤਿਗੁਰੂ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਥਾਂ ਪਾਵਨ। ਕੱਲ ਬਸੰਤ ਪੰਚਮੀ ਦੇ ਜੋੜ ਮੇਲ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਚੜ੍ਹਦੀ ਕਲਾ 'ਚ ਹੋਏ। ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਤਨ ਮਨ ਧਨ ਨਾਲ ਸਤਿਗੁਰਾਂ ਦੇ ਜੋੜ ਮੇਲਿਆਂ 'ਚ ਸੇਵਾਵਾਂ ਨਿਭਾਈਆਂ, ਚਾਹੇ ਉਹ ਲੰਗਰਾਂ ਵਿੱਚ ਸੇਵਾਵਾਂ ਨਿਭਾਈਆਂ, ਜੋੜੇ ਖਾਨਿਆਂ ਵਿੱਚ, ਜਿੱਥੇ ਜਿੱਥੇ ਵੀ ਗੁਰੂ ਕੇ ਘਰ ਦੀਆਂ ਸੇਵਾਵਾਂ ਜਿਨ੍ਹਾਂ ਜਿਨ੍ਹਾਂ ਨੇ ਵੀ ਨਿਭਾਈਆਂ, ਸਭ ਦਾ ਧੰਨਵਾਦ। ਔਰ ਸਭ ਦੀ ਸੇਵਾ ਸਤਿਗੁਰੂ 9ਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਥਾਂ ਪਾਵਨ। ਆਪਣੇ ਦਰੋਂ ਕਰੋ ਨਾਮ ਦੀਆਂ ਦਾਤਾਂ, ਗੁਰ ਸਿੱਖੀ ਜੀਵਨ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ। ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ,
ਤੇਗ ਬਹਾਦਰ ਸਿਮਰਿਐ। ਕਰ ਨੌ ਨਿਦ ਆਵੈ ਧਾਏ, ਕਰ ਨੌ ਨਿਦ ਆਵੈ ਧਾਏ। ਕਰ ਨੌ ਨਿਦ ਆਵੈ ਧਾਏ, ਕਰ ਨੌ ਨਿਦ ਆਵੈ ਧਾਏ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। 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 ਹੇ ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਗਨਾਸ। ਹੇ ਪੁਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੈ ਨਿਰੰਕਾਰ, ਏ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ, ਜਾਂ ਕੇ ਸਦਾ ਬਬੇਤ। ਹੇ ਅਪਰੰਪਰ ਹਰ ਹਰੇ, ਐ ਪੀਓ ਅਣਹਾਰ। ਹੇ ਸੰਤਹ ਕੈ ਸਦਾ ਸੰਗ, ਧਾਰਾ ਆਧਾਰ। ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ, ਹਰਾ ਕੋਈ ਐ ਪਰੋ। ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਿਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਓਤ ਨਿਆਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰੇ ਉਤਾਰ ਨਿਆਰ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰੇ ਉਤਾਰ ਨਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਬੇਨਤੀ ਹੈ ਕਿ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਾਵਨ ਜਨਮ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਚੱਲ ਰਹੇ ਨੇ। ਦੁਪਹਿਰੇ 1:30 ਵਜੇ ਸਮਾਗਮ ਪ੍ਰਾਰੰਭ ਹੋਏ ਨੇ, ਜੋ ਰਾਤ ਦੇ 11 ਵਜੇ ਤੱਕ ਚੱਲਣੇ ਨੇ ਅੱਜ, ਜਿਹਦੇ ਚ ਪੰਥ ਪ੍ਰਸਿੱਧ ਰਾਗੀ ਸਿੰਘ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ, ਭਾਈ ਲਖਵਿੰਦਰ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਤੋਂ, ਇਸੇ ਤਰ੍ਹਾਂ ਹੋਰ ਵੀ ਪੰਥ ਪ੍ਰਸਿੱਧ ਵਿਦਵਾਨ ਰਾਗੀ ਸਿੰਘ ਹਾਜ਼ਰੀਆਂ ਭਰ ਰਹੇ ਨੇ, ਮਹਾਂਪੁਰਸ਼ ਹਾਜ਼ਰੀਆਂ ਭਰ ਰਹੇ ਨੇ। ਆਪ ਜੀ ਨੇ ਅੱਜ ਦੇ ਸਜੇ ਹੋਏ ਉਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬਾਬਾ ਦੀਪ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।